ते अवगुण विचारो कोई। माटी का क्या धोपी मानस की गत लिख कत है ना छूटी। खिन खिन भूलन हार बख्शन हार बख्श लै। नानक पार उतार सामत देहो दयाब। जित तुम्हें अराधा नानक मंगै प्रभ। रेन पग सादा पार अथाह अगणत तुलै। ज्यों बुलावो त्यों नानक दास बोलै। सतनाम वाहिगुरु साहिब जीओ। अजन्म है अपू अपरन है। अजन्म है परम मान योग। गुरु रूप खालसा सरबत संगत रसना करो पवित्र आखो जी। वाहिगुरु जी का खालसा वाहिगुरु जी की फतेह। आप संगत बड़े प्रेम दे नाल साहिबे कमाल पंथ दे वाली धन गुरु गोबिंद सिंह महाराज जी दी पावन पवित्र श्री मुखवाक गुरबाणी श्री जाप साहिब जी की कथा श्रवण करते आ रहे हो। तकरीबन 32 पौड़ियां तक कथा हो चुकी है। चाचरी छंद अरूप है अनूप है। इस छंद दियां 32 पौड़ियां हो चुकियां ने। इस तो अगे 33वीं पौड़ी अंदर वाहिगुरु 34वीं पौड़ी अंदर धन गुरु गोबिंद सिंह महाराज जिवें किरपा करते हुए वाहिगुरु परमेश्वर की उस्तत करते ने। आप सारियां संगतां तवज्जो दे के बड़े ध्यान दे नाल दासां दी ये हाजरी कथा दी सेवा नूं सफल बनाउण वास्ते बड़े प्रेम दे नाल इस महान कथा नूं श्रवण करन दा यतन करो जी। धन गुरु गोबिंद सिंह जी दा जिहड़ा परमेश्वर है वो रंग रूप तो रहत है ते जिन्ना भेद आउंदा वो रंग रूप दे विच आउंदा है। जिन्ना फर्क आउंदा है ये सारा रंग रूप दे अंदर है। नाम रूप दे अंदर जे कह लईए विद्वानां दी भाषा अनुसार। इस करके बिरती प्रभाकर दे करता संत निश्चल दास जी ने दुनिया दी व्याख्या करदिआं भी उन्हां नूं पुछया भी दुनिया किहनूं कहिंदे आ। उन्हां आख्या भी जिथे दो चीज़ां होण नाम ते रूप। हर वस्तु का नाम है हर वस्तु का रूप है।
ਭਾਵ ਜਿਹੜੀ ਵੀ ਚੀਜ਼ ਦਿਖਣ ਵਿੱਚ ਆਉਂਦੀ ਹੈ, ਸੁਣਨ ਵਿੱਚ ਆਉਂਦੀ ਹੈ, ਉਹਦੀਆਂ ਦੋ ਚੀਜ਼ਾਂ ਤੇ ਹੁੰਦੀਆਂ ਪੱਕੀਆਂ, ਇੱਕ ਨਾਮ, ਇੱਕ ਰੂਪ। ਤੇ ਪਰਮਾਤਮਾ ਕਿੱਦਾਂ ਦਾ ਵਾ? ਜਿਹੜਾ ਨਾਮ ਰੂਪ ਤੋਂ ਰਹਿਤ ਹੈ, ਨਾ ਤੇ ਦਿਖਣ ਦੇ ਵਿੱਚ ਆਉਂਦਾ ਹੈ, ਤੇ ਸਿਰਫ ਸਮਝਣ ਵਾਸਤੇ ਸਾਡੀ ਸੁਰਤੀ ਬਿਰਤੀ ਵਿੱਚ ਉਹ ਚੀਜ਼ ਟਿਕ ਜਾਵੇ, ਵਸ ਜਾਵੇ। ਇਸ ਕਰਕੇ ਗੁਰਬਾਣੀ ਨੇ, ਮਹਾਤਮਾ ਨੇ, ਅਵਤਾਰੀ ਪੁਰਸ਼ਾਂ ਨੇ ਉਹਨੂੰ ਨਾਮ ਦਿੱਤੇ ਨੇ ਸਮਝਾਉਣ ਵਾਸਤੇ, ਕਿਉਂ? ਅਨਾਮ ਵਸਤੂ ਸਮਝ ਵਿੱਚ ਨਹੀਂ ਆਉਂਦੀ। ਹੁਣ ਸਤਿਗੁਰੂ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ ਨਾ ਇਸ ਹਿੰਦੁਸਤਾਨ ਦੇ ਲੋਕਾਂ ਨੂੰ ਏਕਤਾ ਵਿੱਚ ਪਰੋਣਾ ਚਾਹੁੰਦੇ ਸਨ। ਏਕਤਾ ਵਿੱਚ ਪਰੋਣ ਵਾਸਤੇ ਉਹਨਾਂ ਨੇ ਐਸੇ ਪਰਮਾਤਮਾ ਦਾ ਵਿਖਿਆਨ ਕੀਤਾ ਜਿਹੜਾ ਪਰਮਾਤਮਾ ਰੰਗ ਰੂਪ ਤੋਂ ਰਹਿਤ ਹੈ। ਉਦਾਹਰਣ ਦੇ ਤੌਰ ਤੇ ਆਪਾਂ ਪਹਿਲਾਂ ਵੀ ਸੁਣਿਆ, ਅੱਜ ਵੀ ਸੁਣਾਂਗੇ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ, ਅਲੇਖ ਹੈ, ਅਭੇਖ ਹੈ। ਤੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਪ੍ਰੋਬਲਮ ਪਤਾ ਕੀ ਰਹੀ ਹੈ? ਇੱਕ ਔਕੜ ਜਿਹੜੀ ਆ ਸਦੀਆਂ ਤੋਂ ਇੱਥੇ ਤੁਰੀ ਆਉਂਦੀ ਹੈ, ਇੱਕ ਹੀ ਔਕੜ। ਉਹ ਕੀ? ਇਹ ਕਦੀ ਵੀ ਏਕਤਾ ਵਿੱਚ ਪਰੋਏ ਨਹੀਂ ਜਾ ਸਕੇ, ਕਦੀ ਵੀ ਏਕਤਾ ਦੇ ਵਿੱਚ ਨਹੀਂ ਬੱਝੇ, ਜਿਸ ਕਰਕੇ ਇਹ ਦੂਜੀਆਂ ਕੌਮਾਂ ਦੇ ਗੁਲਾਮ ਰਹੇ ਨੇ। ਭਾਵੇਂ ਕਿ ਇਹਨਾਂ ਦਾ ਆਪਣਾ ਸੱਭਿਆਚਾਰ ਬਹੁਤ ਵੱਡਾ ਹੈ, ਫਿਲਾਸਫੀ ਬੜੀ ਵੱਡੀ ਹੈ, ਬੜੀ ਪੁਰਾਣੀ ਸੰਸਕ੍ਰਿਤੀ ਆ ਇਸ ਦੇਸ਼ ਦੀ, ਪਰ ਇੱਥੇ ਇੱਕ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਬਾਕੀ ਸਭ ਜਵਾਬ ਨੇ ਇਹਨਾਂ ਕੋਲ, ਹਰ ਸਮੱਸਿਆ ਦਾ ਹੱਲ ਹੈ, ਪਰ ਇੱਕ ਸਮੱਸਿਆ ਭਾਰਤ ਵਰਸ਼ ਦੇ ਵਿੱਚ ਰਹੀ ਹੈ ਤੇ ਅੱਜ ਵੀ ਹੈ। ਉਹ ਕੀ? ਕਿ ਇਹਨਾਂ ਵਿੱਚ ਕੌਮੀ ਏਕਤਾ ਨਹੀਂ ਪੈਦਾ ਹੋ ਸਕੀ, ਜਿਹਨੂੰ ਵਿਦਵਾਨ ਕਹਿ ਦਿੰਦੇ ਨਾ ਜਕ ਯਹਤੀ ਜਾਂ ਯਗਾਨਗਤ ਕੌਮੀ ਏਕਤਾ। ਹੁਣ ਇਹਦੇ ਪਿੱਛੇ ਕਈ ਕਾਰਨ ਇਦਾਂ ਦੇ ਵੀ ਨੇ ਵੀ ਇਹ ਦੇਸ਼ ਬੜਾ ਵੱਡਾ ਹੈ, ਤੇ ਜਿੱਡਾ ਵੱਡਾ ਦੇਸ਼ ਹੈ ਇਹਦੇ ਸੱਭਿਆਚਾਰ ਵੀ ਬਹੁਤ ਜ਼ਿਆਦੇ ਨੇ, ਟ੍ਰੈਡੀਸ਼ਨ ਵੱਖੋ ਵੱਖਰੇ ਨੇ, ਅਨੇਕਾਂ ਬੋਲੀਆਂ ਨੇ, ਪਹਿਰਾਵੇ ਨੇ, ਅਨੇਕਾਂ ਧਰਮ ਤੇ ਤਰ੍ਹਾਂ ਦੇ ਰੀਤੀ ਰਿਵਾਜ ਨੇ, ਅਨੇਕਾਂ ਧਰਮ ਨੇ, ਤੇ ਅਨੇਕਾਂ ਹੀ ਇਹਨਾਂ ਨੇ ਰੱਬ ਮੰਨੇ ਹੋਏ ਨੇ ਆਪੋ ਆਪਣੇ। ਜਿੱਥੇ ਬੋਲੀਆਂ ਅਨੇਕਾਂ ਨੇ, ਪਹਿਰਾਵੇ ਅਨੇਕਾਂ ਨੇ, ਰੀਤੀ ਰਿਵਾਜ ਵੱਖਰੇ ਨੇ, ਉੱਥੇ ਕਮਾਲ ਦੀ ਗੱਲ ਹੈ ਵੀ ਧਰਮ, ਰਸਮਾਂ, ਤਿਲਕ, ਮਾਲਾ, ਇੱਥੋਂ ਤੱਕ ਦੇਵਤੇ ਵੀ ਵੱਖੋ ਵੱਖਰੇ ਨੇ ਆਪੋ ਆਪਣੇ। 10ਵੀਂ ਸਦੀ ਤੋਂ ਪਹਿਲਾਂ ਭਾਰਤ ਵਰਸ਼ ਦੀ ਇਹ ਸਮੱਸਿਆ ਬਹੁਤ ਜ਼ੋਰਦਾਰ ਰਹੀ ਹੈ, ਤੇ 10ਵੀਂ ਸਦੀ ਤੋਂ ਬਾਅਦ ਜਦੋਂ ਇਹ ਗੁਲਾਮ ਹੋ ਗਿਆ, ਮੁਸਲਮਾਨ ਕੌਮ ਦਾ ਇਹ ਦੇਸ਼ ਗੁਲਾਮ ਹੋ ਗਿਆ, ਤਾਂ ਇਹਦੇ ਵਿੱਚ ਇੱਕ ਸਮੱਸਿਆ ਇਹ ਹੋਰ ਵੀ ਵਧੀ ਹੈ। ਮੁਸਲਮਾਨਾਂ ਦੇ ਆਉਣ ਦੇ ਨਾਲ ਇੱਕ ਕੌਮ ਹੋਰ ਆ ਗਈ, ਏਕਤਾ ਤੇ ਅੱਗੇ ਨਹੀਂ ਸੀ ਹੈਗੀ ਇਹਨਾਂ 'ਚ, ਹੋਰ ਬਿਖਰ ਗਈ। ਤੇ ਫਿਰ ਇਹ ਉਹਨਾਂ ਤੋਂ ਬਾਅਦ ਅੰਗਰੇਜ਼ਾਂ ਦਾ ਗੁਲਾਮ ਰਿਹਾ, ਤੇ ਅੰਗਰੇਜ਼ ਸਭ ਤੋਂ ਵੱਧ ਰਾਜਨੀਤੀ ਦਾ ਮਾਹਰ ਕੌਣ ਹੈ? ਅੰਗਰੇਜ਼ ਕੌਮ ਮੰਨੀ ਗਈ, ਜਿਹਦਾ ਸਿੰਪਲ ਜਿਹਾ ਰੂਲ ਹੈ ਡਿਵਾਈਡ ਐਂਡ ਰੂਲ, ਪਾੜੋ ਤੇ ਰਾਜ ਕਰੋ, ਫੁੱਟ ਪਾਓ ਤੇ ਆਪਦੀ ਚਲਾਓ। ਹੁਣ ਇੱਥੇ ਸਵਾਲ ਪੈਦਾ ਹੁੰਦਾ ਵੀ ਕਿਸੇ ਨੇ ਵੀ ਯਤਨ ਨਹੀਂ ਕੀਤਾ ਵੀ ਇਹਨਾਂ ਵਿੱਚ ਕੌਮੀ ਏਕਤਾ ਪੈਦਾ ਹੋਵੇ, ਪ੍ਰੇਮ ਪੈਦਾ ਹੋਵੇ। ਤਾਂ ਇਹ ਗੱਲ ਨਹੀਂ, ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਯਤਨ ਹੋਇਆ। ਉਹ ਯਤਨ ਦਾ ਨਾਂ ਕੀ ਆ? ਭਗਤੀ ਲਹਿਰ। ਭਗਤੀ ਲਹਿਰ ਨੇ ਆਖਿਆ ਵੀ ਰੱਬ ਕਿਸੇ ਵੱਡੀ ਕੌਮ ਦਾ ਨਹੀਂ ਹੈ, ਕਿਸੇ ਇੱਕ ਪਰਿਵਾਰ ਦਾ ਨਹੀਂ ਆ, ਕਿਸੇ ਇੱਕ ਖਾਨਦਾਨ ਦਾ ਨਹੀਂ ਆ, ਵੀ ਰੱਬ ਅਮੀਰੀ ਦਾ ਨਹੀਂ ਆ, ਰੱਬ ਹਰੇਕ ਦਾ ਹੀ ਹੈ ਜਿਹੜਾ ਉਹਦੇ ਨਾਲ ਪ੍ਰੇਮ ਕਰੇ। ਉਹ ਜਾਤ ਪਾਤ 'ਚ ਨਹੀਂ ਵੰਡਿਆ ਜਾ ਸਕਦਾ। ਉਦਾਹਰਣ ਦੇ ਤੌਰ ਤੇ ਪ੍ਰਸਿੱਧ ਆਚਾਰੀਆ ਰਾਮਾਨੁਜ, ਮਾਧਵਾਚਾਰੀਆ ਜੀ, ਵੱਲਭ ਜੀ, ਜਾਂ ਫਿਰ ਮਹਾਰਾਸ਼ਟਰ ਦੇ ਵਿੱਚ ਕੌਣ ਹੋਏ? ਭਗਤ ਨਾਮਦੇਵ ਜੀ। ਔਰ ਬੰਗਾਲ ਦੇ ਵਿੱਚ ਚੈਤਨਯ ਮਹਾਪ੍ਰਭੂ ਜੀ ਹੋਏ ਨੇ, ਔਰ ਸ਼੍ਰੀ ਕਬੀਰ ਸਾਹਿਬ ਮਹਾਰਾਜ ਹੋਏ ਨੇ, ਮਹਾਰਾਜ ਰਵਿਦਾਸ ਜੀ ਹੋਏ ਨੇ। ਇਹਨਾਂ ਨੇ ਧਰਮ ਦੇ ਰਾਹੀਂ ਕੌਮੀ ਏਕਤਾ ਪੈਦਾ ਕਰਨ ਦਾ ਯਤਨ ਕੀਤਾ।
इन्हां ने बड़ी वड्डी लहर चलाई है। अज भी कबीर पंथी तुहानूं मिलणगे, अज भी कबीर साहब का जिहड़ा राह है उहदे ते चलण वाले कबीर पंथीए तुहानूं मिल जाणगे। पर जिड्डी वड्डी सफलता ਏਕਤਾ ਦੇ ਵਿੱਚ ਬੰਨਣ ਵਾਸਤੇ ਸਿੱਖ ਧਰਮ ਰੂਪ ਤਜਰਬੇ ਨੂੰ ਮਿਲੀ ਨਾ। ਇੱਥੇ ਦਾਸ ਸ਼ਬਦ ਵਰਤੂਗਾ, ਤਜਰਬਾ, ਐਕਸਪੈਰੀਮੈਂਟ। ਜਿੰਨੀ ਵੱਡੀ ਸਫਲਤਾ ਗੁਰੂ ਸਾਹਿਬ ਨੇ ਹਾਸਲ ਕੀਤੀ ਹੈ, ਏਡੀ ਵੱਡੀ ਕਿਸੇ ਨੂੰ ਨਹੀਂ ਮਿਲੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਹਨਾਂ ਤੋਂ ਲੈ ਕੇ ਹੁਣ ਉਹਨਾਂ ਨੇ ਸਤ ਸੰਗਤ ਸਾਰਿਆਂ ਦੀ ਸਾਂਝੀ ਕੀਤੀ। गुरु अंगद देव साहब महाराज उन्होंने सारियां दी सांझी भाषा गुरमुखी पैदा की। श्री गुरु अमरदास साहब महाराज उन्होंने सारियां दे वास्ते एक पंगत लंगर मर्यादा पैदा की। श्री गुरु रामदास साहब महाराज सब तो वड्डी भिट काहदी है? छूत छात दी। बंदा बंदे तो इन्नी नफरत करता सी भी जे परछावां भी पै जे ना, परछावां तां भी वो समझदा सी वड्डी जात वाला भी असीं पिटे गए तो सानूं नहाउणा पैना, ते सज़ा वखरी मिलनी गरीब बंदे नूं। जे गरीब बंदा मेरे नाल दी लंघ गया जां वड्डी, तां इस तरह दे हालात, छूत छात, भेद भाव, जात पात। हुण गुरु रामदास साहब जी ने सरोवर रामदास सरोवर नहाते। अज भी जिहड़े जात पात दे भेद भाव दे विच फसे हुए लोग ने ना, वो अमृतसर सरोवर च इशनान तो बहुत नफरत करते। क्यों? उत्थे गरीब ने भी इशनान करना, उत्थे अमीर ने भी इशनान करना। धन गुरु अर्जन देव साहब ने श्री गुरु ग्रंथ साहब की संपादना की, जिहदे विच हरेक महापुरुष की बाणी। धन गुरु हरगोबिंद साहब ने मीरी पीरी का तख्त रचिया। अकाल तख्त साहब की रचना की, मीरी पीरी दियां तलवारां पहनियां, सूरमताई दिती। धन गुरु हर राय साहब ने बाग बगीचे लाए, वातावरण का ख्याल। 8वें पातशाह धन गुरु हरकृष्ण साहब जी ने दिल्ली के लोगों का दुख दूर किया, भावें कि वो सारे सिख नहीं। ते धन गुरु तेग बहादुर साहब महाराज ने जदों शहीदी दिती, एडी वड्डी लहर चली कि वो शहीदी सी धर्म की खातर, ते सारा देश एक मुठ कीता। हुण धन गुरु गोबिंद सिंह जी ने की कीता भी नानक लहर नूं खालसा लहर का नाम दिता, ते खालसे दे विच 5 सिख मुखी रखे। वो कौन सी? 5 प्यारे। ते कमाल दी गल है, वो जिहड़े 5 प्यारे सी वो किसी एक देश दे नहीं, उन्हां दा इलाका वखरा है, जात वखरी है हरेक दी। तां उन्हां पूरे ही भारत वर्ष नूं लिया। तां धन गुरु गोबिंद सिंह जी ने एडे वड्डे यतन कीते। अज उहदे करके देखो तुसीं लंगर कोई भी छक सकदा है, अमृत कोई भी छक सकदा है, बाणी कोई भी पढ़ सकदा है, संगत विच कोई भी बह सकता है, नाम कोई भी जप सकता है। तां धन गुरु गोबिंद सिंह जी ने विचार की भी एक भेद इन्हां दा नहीं निकलदा, वो की रब दा भेद। गुरु नानक देव साहब दे वेले भी ओंकार च किन्ने भेद सी? महाराज ने अगे एका लाता, नहीं बई एक ही आ। 3 भेद ते प्रसिद्ध आ ना, पालण वाला होर है, पैदा करने वाला होर है, ते मारन वाला होर है, खत्म करने वाला होर है। ते महाराज ने की ला दिता अगे? एक ही पैदा करता है, एक ही पालता है, तो एक ही जदों बंदे दी उम्र पूरी हुंदी है बंदा खत्म हो जाता है, लै हो जाता है। हुण धन गुरु गोबिंद सिंह महाराज ने की देखिया भी जे बाहर दे तौर ते रब दी एकता करिए तो हुंदी नहीं है। हुण तुसीं वेखोगे भी हिंदुस्तान च कई परमात्मा दे स्वरूप इदां दे मन्ने गए ने, कई देवते इदां दे बनाए ने जिहदियां 4 बाहां ने। ਉਹਦਾ मतलब की आ? मतलब तो यह आ भी ਉਹਦੀ चारे पासे चलती है, हर दिशा च ही ਉਹਦਾ ਪਹਿਰਾ ਵਾ, बोल बाला वा, ताकत आ। हुण किसे परमात्मा दे स्वरूप दे 4 मूँह ने, 5 मूँह ने जी, किसे दे 4 ने। ਉਹਦਾ मतलब की है
ਉਹ ਸਾਰੇ ਵਸਤੂਆਂ ਦਾ ਗਿਆਤਾ ਹੈ, ਪਦਾਰਥਾਂ ਦਾ ਗਿਆਤਾ ਹੈ, ਸਾਰਿਆਂ ਗਿਆਨਾਂ ਦਾ ਭੰਡਾਰ ਹੈ। ਗੱਲ ਤੇ ਇੰਨੀ ਕੀ ਹੈ, ਸਮਝਾਉਣ ਦੀ ਸਿੱਖਿਆ ਹੀ ਹੈ। ਹੁਣ ਚਾਰ ਬਾਹਾਂ ਦਾ ਮਤਲਬ ਕੀ ਹੈ? ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ। ਜੋ ਤੂੰ ਚਾਹੁੰਦਾ ਰੱਬ ਦੇ ਸਕਦਾ। ਤਾਂ ਮਹਾਰਾਜ ਨੇ ਐਸੇ ਰੱਬ ਦਾ ਵਿਖਿਆਨ ਕੀਤਾ, ਪਰਮਾਤਮਾ ਦਾ, ਜਿਹੜਾ ਰੰਗ ਰੂਪ ਰਹਿਤ ਹੈ। ਤੇ ਰੰਗ ਰੂਪ ਪਰਮਾਤਮਾ ਰਹਿਤ ਮੁਸਲਮਾਨਾਂ 'ਚ ਵੀ ਰੰਗ ਰੂਪ ਰਹਿਤ ਮੰਨਿਆ, ਈਸਾਈਆਂ 'ਚ ਵੀ ਮੰਨਿਆ, ਵੇਦਾਂ 'ਚ ਵੀ ਮੰਨਿਆ, ਤੇ ਸਿੱਖਾਂ 'ਚ ਤੇ ਮੰਨਿਆ ਹੀ ਆ। ਰੂਪ ਨਾ ਰੇਖ ਨਾ ਰੰਗ ਕੇ ਛਿਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਤਾਂ ਰੱਬ ਵੀ ਐਸਾ ਦਿੱਤਾ ਮਹਾਰਾਜ ਨੇ, ਰੱਬ ਦਾ ਵਿਖਿਆਨ ਐਸਾ ਕੀਤਾ ਜਿਹਦੇ ਵਿੱਚ ਸਾਰੇ ਹੀ ਪਰੋਏ ਜਾ ਸਕਦੇ। ਉਹ ਜਿਹੜਾ ਰੰਗ ਰੂਪ ਰਹਿਤ ਪਰਮਾਤਮਾ ਵਾ, ਉਹ ਹਰ ਥਾਂ ਤੇ ਹੈ, ਹਰ ਜਗ੍ਹਾ ਦੇ ਵਿੱਚ। ਨਹੀਂ ਤੇ ਜੇ ਬਾਹਰੋਂ ਵੇਖੋਗੇ ਨਾ, ਸਰੀਰਾਂ ਨੂੰ ਵੇਖੋਗੇ, ਫੇਰ ਨਹੀਂ ਬਾਣ ਆਉਣੀ। ਹਜ਼ਰਤ ਈਸਾ ਮਸੀਹ ਦੀਆਂ 2 ਬਾਹਾਂ ਨੇ, ਕਿਸੇ ਦੇਵਤੇ ਦੀਆਂ 4 ਨੇ। ਕਿੱਦਾਂ ਕੰਮ ਰੋਕਾਊਗਾ? ਉਹ ਕਹੂਗਾ ਮੇਰਾ ਤਗੜਾ ਚਾਰਾਂ ਵਾਲਾ। ਇਦਾਂ ਤਾਂ ਨਹੀਂ ਗੱਲ ਚੱਲਦੀ। ਦੇਵੀ ਦੀਆਂ 8 ਮੰਨੀਆਂ ਨੇ, ਕਿਸੇ ਦੀਆਂ 16 ਨੇ, ਕਿਸੇ ਦੇ 4 ਮੁੱਖ ਨੇ। ਦੂਜੇ ਨੂੰ ਕਹੇ ਤੇਰੇ ਦਾ ਤੇ 1 ਮੂੰਹ ਆ, ਜੇ ਅੱਗੇ ਵਹਿੰਦਾ ਤੇ ਪਿੱਛੇ ਨਹੀਂ ਦੀਂਦਾ, ਜੇ ਪਿੱਛੇ ਦੀਂਦਾ ਤੇ ਅੱਗੇ ਨਹੀਂ ਦੀਂਦਾ ਉਹਨੂੰ ਤੇਰੇ ਦੇਵਤੇ। ਇਦਾਂ ਗੱਲ ਰੁਕ ਨਹੀਂ ਆਉਂਦੀ। ਤਾਂ ਰੱਬ ਦਾ ਅਸਲੀ ਸਰੂਪ ਕੀ ਹੈ? ਉਹ ਰੰਗ ਰੂਪ ਰਹਿਤ ਹੈ। ਤੇ ਜਾਪ ਸਾਹਿਬ ਦੇ ਵਿੱਚ ਉਸ ਪਰਮਾਤਮਾ ਦਾ ਜ਼ਿਕਰ ਕੀਤਾ ਜਿਹੜਾ ਹਰ ਸਰੀਰ 'ਚ ਬੈਠਾ ਵਾ, ਰੰਗ ਰੂਪ ਰਹਿਤ ਹੈ, ਹਰ ਥਾਂ ਤੇ ਬੈਠਾ ਹੈ। ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਇਸ ਕਰਕੇ ਮਹਾਰਾਜ ਦੀ ਬਾਣੀ 'ਚ ਐਸੇ ਸ਼ਬਦ ਬਹੁਤ ਆਉਣਗੇ। ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ। ਤਾਂ ਚਾਚਰੀ ਛੰਦ ਦੀ ਕਥਾ ਚੱਲਦੀ ਪਈ ਹੈ। 33 ਪੌੜੀਆਂ ਦੀ ਕਥਾ ਹੋ ਚੁੱਕੀ ਹੈ। ਤਾਂ 34ਵੀਂ ਪੌੜੀ 'ਚ ਸਤਿਗੁਰੂ ਕੀ ਫਰਮਾਉਂਦੇ ਨੇ, ਆਓ ਬੜੇ ਪ੍ਰੇਮ ਦੇ ਨਾਲ ਸੁਣਨ ਦਾ ਯਤਨ ਕਰੀਏ ਤਾਂ ਕਿ ਇਹ ਸਮਾਂ ਸਫਲਾ ਹੋਵੇ। ਤਾਂ ਕਲਗੀਧਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਅਜਨਮ ਹੈ, ਅਬਰਨ ਹੈ, ਅਭੂਤ ਹੈ, ਅਭਰਨ ਹੈ। ਆ ਜਨਮ ਜਿਹੜਾ ਜੰਮਦਾ ਨਹੀਂ, ਸਰੀਰ ਜੰਮਦਾ ਵਾ, ਮਰਦਾ ਵਾ। ਪਰ ਪਰਮਾਤਮਾ ਕਿੱਦਾਂ ਦਾ ਵਾ? ਜਨਮ ਨਾ ਮਰੈ, ਆਵੈ ਨਾ ਜਾਏ, ਨਾਨਕ ਕਾ ਪ੍ਰਭ ਰਹਿਓ ਸਮਾਏ। ਪਰਮਾਤਮਾ ਨਾ ਜੰਮਦਾ ਹੈ ਨਾ ਮਰਦਾ ਹੈ, ਤੇ ਹਰ ਥਾਂ ਤੇ ਬੈਠਾ ਹੋਇਆ, ਪਰਿਪੂਰਨ ਹੈ। ਬਸ ਪ੍ਰੇਮ ਨਾਲ, ਭਾਵਨਾ ਨਾਲ ਯਾਦ ਕਰਨ ਦੀ ਲੋੜ ਹੈ। ਅਗਲਾ ਸ਼ਬਦ ਕੀ ਹੈ? ਪਰਮਾਤਮਾ ਕਿੱਦਾਂ ਦਾ ਹੈ? ਆ ਵਰਨ ਹੈ। ਹੁਣ ਵਰਨ ਦੇ ਕਈ ਅਰਥ ਹੁੰਦੇ ਆ। ਇੱਥੇ ਜੇ ਆਪਾਂ ਵਰਨ ਦਾ ਅਰਥ ਕਰ ਲਈਏ, ਵਰਣਨ, ਕਿਸੇ ਚੀਜ਼ ਦਾ ਵਰਣਨ ਕਰਨਾ, ਕਥਨ ਕਰਨਾ, ਤਾਂ ਅਕਾਲ ਪੁਰਖ ਜੀ, ਹੇ ਵਾਹਿਗੁਰੂ ਜੀ, ਤੇਰੇ ਸੰਪੂਰਨ ਗੁਣ, ਤੇਰੀ ਸੰਪੂਰਨ ਸ਼ਕਤੀ, ਤੇਰੀਆਂ ਸੰਪੂਰਨ ਬਰਕਤਾਂ, ਦਾਤਾਂ ਕਥਨ ਤੋਂ ਬਾਹਰ ਨੇ, ਕਿਸੇ ਗਿਣਤੀ 'ਚ ਨਹੀਂ ਆਉਂਦੀਆਂ, ਕਿਸੇ ਲਿਖਤ ਵਿੱਚ ਨਹੀਂ ਆਉਂਦੀਆਂ ਵੀ ਕਿੰਨੀ ਤੇਰੀ ਸ਼ਕਤੀ ਹੈ, ਕਿੱਡੀਆਂ ਤੇਰੀਆਂ ਦਾਤਾਂ ਨੇ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸਾਡੇ ਤੋਂ ਪਹਿਲਾਂ ਵੀ ਮੰਗਦੇ ਸੀ, ਅਰਦਾਸਾਂ ਕਰਦੇ ਸੀ, ਹੁਣ ਵੀ ਆਪਾਂ ਮੰਗਦੇ ਹਾਂ, ਅਰਦਾਸਾਂ ਕਰਦੇ ਹਾਂ, ਤੇ ਆਉਣ ਵਾਲਿਆਂ ਨੇ ਵੀ ਅਰਦਾਸਾਂ ਕਰਨੀਆਂ, ਮੰਗਣਾ ਵਾ। ਇੱਥੇ ਮੁੱਕ ਥੋੜੀ ਚੱਲਿਆ। ਤਾਂ ਵਰਣਨ ਮੈਨੇ ਕਥਨ, ਵੀ ਤੇਰੇ ਗੁਣ, ਤੇਰੀ ਸ਼ਕਤੀ, ਤੇਰੀਆਂ ਦਾਤਾਂ ਨੂੰ ਕੋਈ ਸੰਪੂਰਨ ਨਹੀਂ ਵਰਣਨ ਕਰ ਸਕਦਾ। ਕਈ ਕਹਿ ਦੇਣਗੇ ਨਾ ਵੀ ਬਸ ਜੋ ਮੈਂ ਬੋਲਤਾ ਹੁਣ ਇਹ ਤੋਂ ਅੱਗੇ ਕੁਝ ਵੀ ਨਹੀਂ, ਵੀ ਰੱਬ ਬਾਰੇ ਮੈਂ ਪੂਰਾ ਪੂਰਾ ਦੱਸਤਾ, ਇਹ ਤੋਂ ਅੱਗੇ ਰੱਬ ਕੁਝ ਵੀ ਨਹੀਂ ਹੈ। ਇਦਾਂ ਦੀਆਂ ਗੱਲਾਂ ਰੱਬ ਤੇ ਲਾਗੂ ਨਹੀਂ ਹੁੰਦੀਆਂ, ਦੁਨੀਆ ਤੇ ਲਾਗੂ ਹੁੰਦੀਆਂ ਨੇ। ਮਹਾਰਾਜ ਨੇ ਸਪਸ਼ਟ ਆਖਿਆ ਹੈ, ਧੰਨ ਗੁਰੂ ਰਾਮਦਾਸ ਸਾਹਿਬ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਕਿੰਨੇ ਕੁ ਤੇਰੇ ਗੁਣਾਂ ਦਾ ਕਥਨ ਕਰਾਂ। ਤਾਂ ਹੇ ਵਾਹਿਗੁਰੂ, ਤੂੰ ਆ ਵਰਨ, ਵਰਨ ਮੈਨੇ ਵਰਨ, ਵਰਨਨ ਤੋਂ ਆ ਰਹਿਤ ਹੈ, ਅਭੂਤ ਹੈ, ਆ ਭੂਤ। ਭੂਤ ਤੋਂ ਕੀ ਅਰਥ ਹੋਇਆ? ਪੈਦਾ ਹੋਣ ਵਾਲਾ ਸਰੀਰ। ਜਾਂ ਭੂਤ ਦਾ ਅਰਥ ਕੀ ਹੋ ਗਿਆ?
ਭੂਤ ਕਾਲ, 3 ਕਾਲ ਬਣੇ ਨਾ, ਵਰਤਮਾਨ ਕਾਲ, ਭਵਿੱਖਤ ਕਾਲ, ਭੂਤ ਕਾਲ। ਸਮੇਂ ਦੀਆਂ 3 ਵੰਡਾਂ ਕੀਤੀਆਂ ਗਈਆਂ ਨੇ। ਗੁਰਬਾਣੀ ਦੇ ਵਿੱਚ 4 ਮੰਨੀਆਂ ਨੇ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਪਰ ਦੁਨੀਆ 'ਚ 3 ਚੱਲਦੀਆਂ ਨੇ। ਤੇ ਜੇ ਭੂਤ ਦਾ ਅਰਥ ਆਪਾਂ ਭੂਤ ਕਾਲ ਕਰ ਲਈਏ ਤਾਂ ਫੇਰ ਆ ਭੂਤ ਕਿ ਹੇ ਵਾਹਿਗੁਰੂ ਅਕਾਲ ਪੁਰਖ ਜੀ, ਤੂੰ ਸਮੇਂ ਦੀਆਂ ਹੱਦਾਂ ਤੋਂ ਰਹਿਤ ਹੈ, ਹੱਦਬੰਦੀ ਤੂੰ ਰਹਿਤ ਹੈ। ਸਮਾਂ ਤੇਰੇ ਤੇ ਲਾਗੂ ਨਹੀਂ ਹੁੰਦਾ, ਕਿਉਂ ਜਿਹੜੀ ਚੀਜ਼ ਤੇ ਸਮਾਂ ਲਾਗੂ ਹੁੰਦਾ ਉਹ ਹੌਲੀ ਹੌਲੀ ਖਤਮ ਹੋ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਜਿਵੇਂ ਰੋਟੀਆਂ ਨੇ ਬਹੀਆਂ ਹੋ ਜਾਂਦੀਆਂ ਨੇ, ਭੋਜਨ ਨੇ ਬਹਿਆ ਹੋ ਜਾਂਦਾ ਹੈ। ਪਰਮਾਤਮਾ ਉੱਤੇ ਸਮੇਂ ਦੀ ਹੱਦਬੰਦੀ ਨਹੀਂ ਲੱਗਦੀ, ਨਾ ਭੂਤ ਭਵਿੱਖ ਵਰਤਮਾਨ ਕਿਸੇ ਹੱਦਬੰਦੀ ਦੇ ਅੰਦਰ ਨਹੀਂ ਹੈ। ਪਰਮਾਤਮਾ ਕਿੱਦਾਂ ਦਾ ਵਾ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ। ਆਦ ਜੁਗਾਦੀ ਹੈ ਵੀ ਹੋਸੀ, ਸਭ ਜੀਆਂ ਕਾ ਸੁਖਦਾਈ ਸੰਤੋ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਪੰਥ ਦੇ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਚਿਰ ਹੋ ਗਿਆ ਸਰੀਰ ਛੱਡਿਆ, ਜੋਤੀ ਜੋਤ ਸਮਾਇਆ। ਹੁਣ ਜੇ ਬਾਹਰਲੇ ਤੌਰ ਤੇ ਵੇਖੀਏ ਤੇ ਉਹਨਾਂ ਦਾ ਸਰੀਰ ਛੱਡਿਆ, ਜੋਤੀ ਜੋਤ ਸਮਾਇਆ, ਤੱਤਾਂ 'ਚ ਲੀਨ ਹੋਇਆ ਬੜਾ ਸਮਾਂ ਹੋ ਗਿਆ ਜੀ। ਪਰ ਕੀ ਅੱਜ ਗੁਰੂ ਗੋਬਿੰਦ ਸਿੰਘ ਜੀ ਸਹਾਇਤਾ ਨਹੀਂ ਕਰਦੇ ਜਿਹੜਾ ਯਾਦ ਕਰੇ ਉਹਨਾਂ ਨੂੰ ਸੱਚੇ ਮਨੋਂ? ਗੁਰਬਾਣੀ ਤੇ ਕਹਿੰਦੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। हे ਪਰਮੇਸ਼ਰ, ਤੂੰ ਭਗਤਾਂ ਦੀ ਰੱਖਿਆ ਕਰਦਾ ਹੀ ਹੈ, ਸਦਾ ਰੱਖਦਾ ਹੈ। ਤੇ ਹੁਣ ਵੀ ਤੂੰ ਰੱਖਿਆ ਕਰਦਾ, ਜਿਹੜੇ ਨਾਮ ਜਪਦੇ ਨੇ, ਬਾਣੀ ਪੜ੍ਹਦੇ, ਹੁਣ ਵੀ ਉਹਨਾਂ ਦੀ ਸਹਾਇਤਾ ਕਰਦਾ। ਆਪਾਂ ਰੋਜ਼ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਿੱਥੇ ਵੀ ਕੋਈ ਭਗਤ ਹੈ, ਜਿਹੜੇ ਮਰਜ਼ੀ ਸਮੇਂ 'ਚ, ਜੇ ਉਹਨੇ ਸਤਯੁਗ 'ਚ ਸਹਾਇਤਾ ਕੀਤੀ ਆ, ਤ੍ਰੇਤੇ 'ਚ ਸਹਾਇਤਾ ਕੀਤੀ ਆ, ਦੁਆਪਰ ਤੇ ਹੁਣ ਕਲਯੁਗ 'ਚ, ਇਹਦਾ ਮਤਲਬ ਇਹ ਨਹੀਂ ਵੀ ਹੁਣ ਉਹ ਬਾਂਹ ਫੜਨ ਵੜ ਗਿਆ, ਹੁਣ ਵੀ ਸਹਾਇਤਾ ਕਰਦਾ। ਤੇ ਗੁਰਬਾਣੀ ਕਹਿੰਦੀ ਆ ਕਥਾ ਪ੍ਰਾਤਨ ਇਉਂ ਸੁਣੀ, ਭਗਤਨ ਕੀ ਬਾਨੀ, ਸਕਲ ਦੁਸ਼ਟ ਖੰਡ ਖੰਡ ਕੀਏ, ਜਨ ਲੀਏ ਮਾਨੀ। ਇੱਕ ਕਥਾ ਆਉਂਦੀ ਹੈ ਜੀ, ਇੱਕ ਸਾਖੀ ਆਉਂਦੀ ਹੈ ਜਿਹੜੀ ਤੁਹਾਡਾ ਯਕੀਨ ਪੈਦਾ ਕਰ ਦੇਵੇਗੀ, ਵਿਸ਼ਵਾਸ ਪੈਦਾ ਕਰ ਦੇਵੇਗੀ ਕਿ ਪੰਥ ਦਾ ਵਾਲੀ ਧੰਨ ਗੁਰੂ ਗੋਬਿੰਦ ਸਿੰਘ ਅੱਜ ਵੀ ਬਾਂਹ ਫੜਦਾ ਹੈ, ਪਰ ਪ੍ਰੇਮ ਸੱਚਾ ਹੋਣਾ ਚਾਹੀਦਾ। ਉਹ ਸਾਖੀ ਕੀ ਆਉਂਦੀ ਵੀ ਇੱਕ ਸਿੱਖ ਆਪਣੀ ਇਸਤਰੀ ਨੂੰ ਲੈ ਕੇ ਪੰਜੇ ਸਾਹਿਬ ਦੀ ਯਾਤਰਾ ਤੇ ਚਲੇ ਗਿਆ। ਰਸਤੇ ਦੇ ਵਿੱਚ ਜਦੋਂ ਯਾਤਰਾ ਕਰਦਾ ਪਿਆ ਸੀ, ਇੱਕ ਪਠਾਨ ਮਿਲਿਆ। ਪਠਾਨ ਨੇ ਪੁੱਛਿਆ, ਸਿੱਖਾ ਕਿੱਥੇ ਚੱਲਿਆ ਹੈ? ਤਾਂ ਸਿੱਖ ਕਹਿੰਦਾ ਜੀ ਪੰਜੇ ਸਾਹਿਬ ਦੀ ਯਾਤਰਾ ਤੇ। ਤਾਂ ਪਠਾਨ ਬਹੁਤ ਖੁਸ਼ ਹੋਇਆ। ਉਹ ਕਹਿੰਦਾ ਤੇ ਬਹੁਤ ਚੰਗੀ ਹੋਈ, ਸਾਥ ਬਣ ਗਿਆ, ਸਾਥੀ ਮਿਲ ਗਿਆ, ਮੈਂ ਵੀ ਉੱਥੇ ਹੀ ਚੱਲਿਆ। ਹੁਣ ਮਹਾਰਾਜ ਦਾ ਨਾਮ ਸੁਣ ਕੇ ਸਿੱਖ ਪਸੀਜ ਗਿਆ। ਇੱਕ ਰਾਤ ਧਰਮਸ਼ਾਲਾ 'ਚ ਕਿਤੇ ਰਸਤੇ ਵਿੱਚ ਆਰਾਮ ਕੀਤਾ ਹੋਵੇਗਾ ਤੇ ਅਜੇ ਅੱਧੀ ਰਾਤ ਹੋਈ ਸੀ ਤੇ ਪਠਾਨ ਸਿੱਖ ਨੂੰ ਕਹਿਣ ਲੱਗਾ ਵੀ ਤੁਰੀਏ, ਚੱਲੀਏ। ਯਾਤਰਾ ਜਿਹੜੀ ਆ ਉਹ ਸਵੇਰ ਦੀ ਚੰਗੀ ਹੁੰਦੀ ਹੈ, ਟਾਈਮ ਨਾਲ ਤੁਰਨਾ ਚਾਹੀਦਾ ਹੈ। ਸੰਥਾ ਤੇ ਪੰਥਾ ਦੋਵੇਂ ਟਾਈਮ ਦੀਆਂ ਨੇ। ਸੰਥਿਆ ਗੁਰਬਾਣੀ ਪੜ੍ਹਨੀ ਤੇ ਯਾਤਰਾ ਇਹ ਟਾਈਮ ਨਾਲ ਹੀ ਕਰਨੀ ਚਾਹੀਦੀ ਹੈ। ਉਹ ਸਿੱਖ ਦੇ ਮਨ ਦੇ ਵਿੱਚ ਆਇਆ। ਸਿੱਖ ਕਹਿੰਦਾ ਅਜੇ ਤੇ ਅੱਧੀ ਰਾਤ ਆ, ਅੰਮ੍ਰਿਤ ਵੇਲੇ ਤੁਰਾਂਗੇ, ਦਿਨ ਚੜ੍ਹੇ ਤੁਰਾਂਗੇ, ਚਾਨਣ ਹੋ ਜੇ, ਰਾਜ ਕੋਈ ਚੋਰ ਲਟੇਰਾ ਡਾਕੂ ਟੱਕਰੂਗਾ। ਉਹਨੇ ਪਠਾਨ ਨੇ ਬੜੀ ਕਾਹਲੀ ਕੀਤੀ ਤੇ ਸਿੱਖ ਨੂੰ ਸ਼ੱਕ ਹੋ ਗਿਆ। ਹੁਣ ਪਠਾਨ ਨੂੰ ਪਤਾ ਸੀ ਵੀ ਜਿਹੜੇ ਸਿੱਖ ਆ ਨਾ, ਇਹਨਾਂ ਨੂੰ ਗੁਰੂ ਨਾਲ ਬਹੁਤ ਪ੍ਰੇਮ ਤੇ ਗੁਰੂ ਦੇ ਨਾਂ ਤੇ ਸਭ ਕੁਝ ਕਰਨ ਨੂੰ ਤਿਆਰ ਹੋ ਜਾਂਦੇ। ਉਹ ਪਠਾਨ ਏਡਾ ਬੇਈਮਾਨ, ਚਤਰ ਚਲਾਕ,
ਜਿੱਦਾਂ ਸਾਡੇ ਵੀ ਭਰਾਵਾਂ ਨੂੰ ਕਈਆਂ ਨੂੰ ਆਦਤ ਹੁੰਦੀ ਨਾ, ਮੇਰਾ ਗੁਰਦੁਆਰੇ ਵੱਲ ਮੂੰਹ ਕਰ ਦੋ ਮੈਂ ਜੇ ਝੂਠ ਬੋਲਾਂ ਤੇ। ਇਹ ਬੜੀ ਆਦਤ ਪਈ ਹੁੰਦੀ ਗੰਦੀ ਸਹੁੰ ਖਾਣ ਦੀ। ਉਹ ਕਹਿੰਦਾ ਜੇ ਮੈਂ ਤੁਹਾਡੇ ਨਾਲ ਧੋਖਾ ਕਰਾਂ ਤੇ ਗੁਰੂ ਗੋਬਿੰਦ ਸਿੰਘ ਜਾਮਣ ਰਿਹਾ, ਗਵਾਹ ਰਿਹਾ। ਚਲੋ ਮਹਾਰਾਜ ਦਾ ਨਾਂ ਸੁਣ ਕੇ ਸਿੱਖ ਤੁਰ ਪਏ। ਸਿੱਖਣੀ ਘੋੜੇ ਤੇ ਬਿਠਾ ਲਈ, ਆਪ ਘੋੜਾ ਫੜ ਕੇ ਤੁਰਿਆ ਜਾ ਰਿਹਾ ਵਾ। ਉਹ ਗੱਲ ਹੋਈ ਜਿਹਦਾ ਡਰ ਸੀ ਸਿੱਖ ਦੇ ਮਨ 'ਚ। ਜਦੋਂ ਰਾਹ 'ਚ ਗਏ ਤੇ ਉਹਨੇ ਪਿੱਛੋਂ ਛੁਰਾ ਮਾਰਤਾ ਢਿੱਡ 'ਚ। ਸਿੱਖ ਡਿੱਗ ਪਿਆ ਉੱਥੇ ਤੇ ਘੋੜੇ ਦੀਆਂ ਵਾਗਾਂ ਫੜ ਲੀਆਂ ਤੇ ਲੈ ਕੇ ਤੁਰ ਪਿਆ। ਹੁਣ ਉਹ ਜਿਹੜੀ ਸਿੱਖਣੀ ਸੀ ਨਾ, ਇਸਤਰੀ ਘੋੜੇ ਤੇ ਬੈਠੀ ਸਿੱਖਾਂ ਦੇ ਪਰਿਵਾਰ 'ਚੋਂ ਬੱਚੀ, ਉਹਦੀ ਘਰ ਵਾਲੀ ਸਿੱਖ ਦੀ, ਉਹਨਾਂ ਬੜੀ ਗੌਰ ਦੇ ਨਾਲ ਕਦੀ ਅੱਗੇ ਦੇਖੇ ਕਦੀ ਪਿੱਛੇ ਦੇਖੇ। ਤੇ ਪਠਾਨ ਕਹਿੰਦਾ ਕਿਹਨੂੰ ਦੇਖਦੀ ਹੈ? ਇੱਥੇ ਕੋਈ ਤੈਨੂੰ ਬਚਾਉਣ ਵਾਲਾ ਨਹੀਂ, ਛਡਾਉਣ ਵਾਲਾ ਨਹੀਂ, ਤੇ ਚੁੱਪ ਕਰਕੇ ਤੁਰੀ ਚੱਲ। ਤਾਂ ਉਹ ਬੀਬੀ ਦੇ ਮੂੰਹੋਂ ਕੀ ਨਿਕਲਿਆ? ਉਹ ਪਠਾਨ ਕਹਿੰਦਾ ਮੈਂ ਤੇਰਾ ਘਰ ਵਾਲਾ ਮਾਰਤਾ, ਹੁਣ ਕੋਈ ਵੀ ਨਹੀਂ ਆ। ਉਹ ਕਹਿੰਦੀ ਨਹੀਂ, ਮੈਂ ਉਹਨੂੰ ਦੇਖਦੀ ਆ ਜਿਹੜਾ ਸਾਡੇ 'ਚ ਜਾਮਣ ਪਿਆ ਸੀ, ਗਵਾਹ ਪਿਆ ਸੀ। ਤੇ ਪਠਾਨ ਦੇ ਮੂੰਹੋਂ ਕੀ ਨਿਕਲਿਆ? ਕਹਿੰਦਾ ਕਿੰਨੇ ਜਾਮਣੀ ਦੇਣੀ, ਗਵਾਹੀ ਦੇਣੀ ਆ, ਕਿੰਨੇ ਬੋੜਨਾ ਵਾ, ਉਹਨੂੰ ਮਰੇ ਨੂੰ ਤੇ 100 ਸਾਲ ਹੋ ਗਿਆ। ਮਹਾਰਾਜ ਨੂੰ ਜੋਤੀ ਜੋਤ ਸਮਾਇਆ ਨੂੰ ਕਾਫੀ ਚਿਰ ਹੋ ਗਿਆ। ਆਪਸ ਵਿੱਚ ਗੱਲਾਂ ਕਰਦੇ ਆ। ਉਹ ਬੀਬੀ ਦੇ ਮੂੰਹੋਂ ਨਿਕਲਿਆ ਵੀ ਇਦਾਂ ਨਾ ਕਹਿ, ਉਹ ਅੱਜ ਵੀ ਹਾਜ਼ਰ ਆ, ਹਾਜ਼ਰ ਨਾਜ਼ਰ ਹੈ। ਗੁਰਬਾਣੀ ਕੀ ਕਹਿੰਦੀ ਆ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਮੈਂ ਤੇ ਉਹਨੂੰ ਉਡੀਕਦੀ ਆ ਜਿਸ ਦੀ ਜਾਮਨੀ ਆ। ਤੇ ਪਠਾਨ ਕਹਿੰਦਾ ਉਹ ਤੇ ਕਦੋਂ ਦਾ ਮਰ ਖੱਪ ਗਿਆ ਵਾ, ਭਾਵ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਤਾਂ ਉਸ ਸਿੱਖਣੀ ਦਾ ਦ੍ਰਿੜ ਭਰੋਸਾ ਦੇਖ ਕੇ ਇਹ ਸਾਡਾ ਇਤਿਹਾਸ ਕਹਿੰਦਾ ਹੈ, ਸਾਡੇ ਬਜ਼ੁਰਗ ਸੁਣਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖਾਂ ਸਮੇਤ ਘੋੜੇ ਤੇ ਪ੍ਰਗਟ ਹੋਏ ਸੀ। ਪਲਾਂ ਦੀ ਖੇਡ ਸੀ, ਪ੍ਰਗਟ ਹੋਏ ਨੇ। ਪਲਚੀ ਉਹਦੀ ਧੌਣ ਲਈ ਆ ਧੜ ਦੇ ਨਾਲ ਉਹ ਪਠਾਨ ਦੀ ਪਾਸੇ। ਸਿੱਖ ਨੂੰ ਠੀਕ ਕੀਤਾ, ਪਠਾਨ ਨੂੰ ਮਾਰਿਆ। ਤੇ ਗੁਰਬਾਣੀ ਕਹਿੰਦੀ ਹੈ ਵੀ ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ। ਇਹ ਪੁਰਾਣੀਆਂ ਕਥਾਵਾਂ ਸਾਨੂੰ ਦੱਸਦੀਆਂ ਨੇ, ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ। ਵੀ ਨਾਮ ਜਪਣ ਵਾਲਿਆਂ ਦੀ, ਪ੍ਰੇਮ ਵਾਲਿਆਂ ਦੀ, ਭਰੋਸੇ ਵਾਲਿਆਂ ਦੀ ਉਹ ਰੱਖਿਆ ਕਰਦਾ ਹੈ, ਬਾਂਹ ਫੜਦਾ ਹੈ। ਤੇ ਹੁਣ ਤੁਸੀਂ ਮੈਨੂੰ ਦੱਸੋ ਵੀ ਉਹਦੇ ਤੇ ਸਮੇਂ ਦਾ ਅਸਰ ਆ ਕੋਈ? ਸਰੀਰ ਛੱਡੇ ਨੂੰ ਅਜੇ ਅੱਜ ਹਿਸਾਬ ਲਾਈਏ ਤੇ 1700 ਤੋਂ ਹਿਸਾਬ ਲਾ ਲਓ, ਹੁਣ 2021 ਚੱਲ ਪਿਆ, ਤਾਂ ਕਿੰਨਾ ਲੰਮਾ ਸਮਾਂ ਹੋ ਗਿਆ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਏ, ਪਰ ਜਿਹੜੇ ਉੱਤੇ ਸ਼ਰਧਾ ਰੱਖਦੇ ਨੇ ਉਹਨਾਂ ਦੀ ਬਾਂਹ ਫੜਦਾ। ਉਹਨੂੰ ਕਿਹਾ ਜਾਂਦਾ ਨਾ, ਮਹਾਰਾਜ ਨੂੰ ਕੀ ਕਿਹਾ ਜਾਂਦਾ ਹੈ? ਪੰਥ ਦਾ ਵਾਲੀ। ਵਾਲੀ ਵਾਰਸ ਕੌਣ ਹੈ ਸਿੱਖਾਂ ਦਾ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਪਰ ਸਿੱਖ ਭਰੋਸਾ ਰੱਖੇ ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੇਰੇ ਉੱਤੇ ਸਮੇਂ ਦਾ ਅਸਰ ਨਹੀਂ। ਤੇ ਸਿੱਖ ਗੁਰੂ ਨੂੰ ਕੀ ਕਹਿੰਦਾ ਵਾ ਕਿ ਗੁਰੂ ਸਾਹਿਬ ਤੇਰੇ ਉੱਤੇ ਸਮੇਂ ਦਾ ਅਸਰ ਨਹੀਂ, ਭਾਵੇਂ ਸਰੀਰ ਛੱਡੇ ਨੂੰ 400 ਸਾਲ ਹੋ ਜਾਏ, ਭਾਵੇਂ ਜਿੰਨਾ ਮਰਜ਼ੀ ਸਮਾਂ ਹੋ ਜਾਵੇ, ਪਰ ਤੂੰ ਅੱਜ ਵੀ ਬੌੜੀ ਕਰਦਾ ਵਾਂ, ਸਹਾਇਤਾ ਕਰਦਾ ਵਾਂ ਜਿੱਥੇ ਤੈਨੂੰ ਯਾਦ ਕੀਤਾ ਜਾਂਦਾ ਹੈ। ਤਾਂ ਇਹ ਕੀ ਹੋ ਗਿਆ ਜੀ? ਆ ਭੂਤ, ਜਿੱਤੇ ਭੂਤ ਵਰਤਮਾਨ ਭਵਿੱਖ, ਸਮੇਂ ਦਾ ਅਸਰ ਨਹੀਂ, ਹੱਦਬੰਦੀ ਦਾ ਅਸਰ ਨਹੀਂ। ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਜਾਂ ਮਹਾਂਪੁਰਸ਼ ਅਰਥ ਕਰਦੇ ਨੇ ਅਭੂਤ ਹੈ। ਹੁਣ ਭੂਤ ਦਾ ਪੰਜਾਬੀ 'ਚ ਕੀ ਅਰਥ ਹੁੰਦਾ? ਭੂਤ ਆਦਿਕ, ਪ੍ਰੇਤ ਆਦਿਕ। ਉਹਦਾ ਭਾਵ ਅਰਥ ਕੀ ਵੀ? ਖੌਫ, ਡਰ। ਭੂਤ ਆਦਿਕ ਦੇ ਨਾਂ ਤੋਂ ਬੰਦਾ ਚਾਲੂ ਹੋ ਜਾਂਦਾ ਹੈ, ਡਰ ਜਾਂਦਾ ਹੈ। ਤਾਂ ਅਰਥ ਕੀ ਲੈ ਲਿਆ ਭੂਤ ਦਾ? ਭਾਵ ਅਰਥ, ਅਖਰੀ ਅਰਥ ਨਹੀਂ। ਭਾਵ ਅਰਥ ਕੀ ਹੋਇਆ? ਕਿ ਡਰ, ਖੌਫ।
हे अकाल पुरख जी तू आ भूत मैंने खौफ तो डर तो रहत है। ते जेड़ा सूरमा निडर होवे ना ਉਹਨੂੰ ਉਹ ਭੂਤ ਕਹਿੰਦੇ ਨੇ। ਇਹ ਡਰਦਾ ਨਹੀਂ ਕਿਸੇ ਤੋਂ, ਹਰ ਪ੍ਰਕਾਰ ਦੇ ਖੌਫ ਤੋਂ ਰਹਿਤ ਹੈ। ਤਾਂ ਪਰਮੇਸ਼ਰ ਸਭ ਤੋਂ ਵੱਡਾ ਸੂਰਮਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ 'ਚ ਲਿਖਦੇ, ਕਹਾਂ ਮਹਾ ਸੂਰ ਹੋਏ ਕੈ ਮਾਰਤ ਮਵਾਸਨ ਕੋ, कहूँ महादेव देवतान के समान हो, कहूँ महासूर होए कै मारतम वासन को, कि तेरे वर्गा वड्डा सूरमा सच्चे पातशाह कोई नहीं जिहदे अंदर किसी तरह का खौफ नहीं। ते धन गुरु नानक देव साहब कहते परमेश्वर किदां दा है? निरभौ। अभूत का अर्थ की हो गया? जिहड़ा निरभौ है, खौफ तो रहत है, डर तो रहत है। आ भरन है, भरन संग्या मैंने पालन पोषण। भरन का अर्थ की हुंदा? पालना पोषणा। जां आ भरन, भरन का अर्थ की हुंदा? गहने अबरन जिन्हों कह दिंदे, गहने पाए जाते। आ भरन, हे अकाल पुरख तू पालन पोषण करन वाले दी लोड़ तो रहत है। रब की पालना करने वाला कोई नहीं, सगों रब सारी दुनिया की पालना करने वाला है। जे ते कोई उहदे तो वड्डा होवे फिर ते रब की पालना वाला भी मन्निया जावे भी आह बंदा रब की पालना करता है, पर सब तो वड्डा ते वो ही है। इस करके बाणी की कहती है? सर्वदाता सर्व ज्ञाता सर्व को प्रतिपाल, दीन बंद दयाल स्वामी आद देव अपाल। कि हे वाहिगुरु परमेश्वर जी तू सारियां दी पालना करने वाला है, पोषणा करने वाला है। तेरी पालना पोषणा करने वाला कोई नहीं। जां फिर अबरन जे करिए अर्थ, अबरन मैंने गहने। हे अकाल पुरख तू गहने स्वरूप है। जां तेरे उत्ते शस्त्रां रूपी गहने बड़े फबदे ने, खड़ग केत जिहदा निशान केत खड़ग श्री साहब वाला है। जां अलंकृत सुदेहं तनो मनो के मोहं, कबाण बाण धारियं अनेक सत्र टार। ऐसा जिहड़ा वाहिगुरु परमेश्वर है जिहदे शस्त्र रूपी गहने बड़े फबदे हन, इदां दे स्वरूप वाला मन्निया गया है। तां साहिब श्री गुरु गोबिंद सिंह जी की फरमाउंदे ने? अगंज है, अपंज है, अझूज है, अझंज है। अगंज का अर्थ हुंदा है गंज मैंने नास। हे अकाल पुरख जी तू गंज नास तो रहत है। गंजियो जो ना जाए सो अगंज कह के जानिए, खत्म नहीं हुंदा है। आ भंज है, हे अकाल पुरख जी तू भंज नास तो रहत है। भंजियो जो ना जाए सो भंज कह के मानिए। अझूज है, हुण झूज का अर्थ पंजाबी च की हुंदा है? विशेषण की हुंदा? जूझना। मैंने जूझ के लड़ के जंग करके मरना। हे अकाल पुरख जी तू अझूज, तेनू कोई लड़ के मार नहीं सकता। कदी इदां सुनिया वा भी फलाने ने रब नू शहीद करता? कोई सूरमा ते शहीद होया किसे नाल लड़ के? कदी इदां भी सुनिया भी फलाने ने रब नू शहीद करता? रब नहीं शहीद हुंदा। उहदे तो वड्डा कोई नहीं जिहड़ा उहनूं लड़ के खत्म कर सके, मार सके। तां इस करके हे अकाल पुरख तू अझूज, तेनू लड़ के कोई मार नहीं सकता। जां फिर झूज का अर्थ की हुंदा है? सिर खोई करनी, हथ पाई करनी। भी परमेश्वर किसी दे नाल हथों पाई सिर खोई नहीं करता है, क्यों? उहदे विच किसी प्रकार का दवंद ही नहीं है, दवैत ही नहीं है, ईरखा नहीं है। तां वो किसी नाल भी जूझ मैंने सिर खोई याद कर तो रहत। जे ते उहदे च ईरखा होवे, दवैश होवे ते सिर खोई करे किसी दे नाल, तां महाराज की कहंदे उहदे च तां इहो जी गल ही नहीं है। सिर खोई कदों हुंदी है? जदों काम होवे, क्रोध होवे, लोभ होवे, मोह होवे। तो महाराज कहते ना काम है, ना क्रोध है, ना लोभ है, ना मोह है, ना द्वैक है, ना भेख है, ना दुई है, ना द्रोह है। अगे की कहते हैं साहिब कमाल श्री गुरु गोबिंद सिंह जी? अझंज है,
ਝੰਜ ਮੈਨੇ ਝੰਜਟ, ਝਗੜਾ, ਜਿਹਨੂੰ ਝਾਂਜਾ ਵੀ ਕਹਿ ਦਿੰਦੇ ਹਨ। ਹੇ ਅਕਾਲ ਪੁਰਖ ਸੱਚੇ ਪਾਤਸ਼ਾਹ, ਤੂੰ ਹਰ ਪ੍ਰਕਾਰ ਦੇ ਝੰਜ ਝਗੜੇ ਝਾਂਜਿਆਂ ਤੋਂ ਰਹਿਤ ਹੈ। ਤੇਰਾ ਕਿਸੇ ਨਾਲ ਕੋਈ ਝਗੜਾ ਨਹੀਂ, ਨਾ ਹਾਉ ਹੈ, ਨਾ ਭਾਉ ਹੈ, ਨਾ ਦਾਉ ਕੋ ਪ੍ਰਕਾਰ ਹੈ। ਹੁਣ ਵਾਹਿਗੁਰੂ ਦਾ ਕਿਸੇ ਨਾਲ ਕੀ ਝਗੜਾ ਹੈ? ਕੋਈ ਝਗੜਾ ਨਹੀਂ। ਤਾਂ ਆ ਝੰਜ ਮੈਨੇ ਝਗੜਿਆਂ ਤੋਂ ਰਹਿਤ। ਜਾਂ ਫਿਰ ਝੰਜ ਦਾ ਅਰਥ ਹੁੰਦਾ ਵਾ ਵੀ ਝੱਖੜ ਝਾਂਜੇ ਤੋਂ ਪ੍ਰਭਾਵਿਤ ਹੋ ਕੇ ਝੜ ਜਾਣਾ। ਹੇ ਅਕਾਲ ਪੁਰਖ, ਤੂੰ ਝੱਖੜ ਝਾਂਜੇ ਤੋਂ ਪ੍ਰਭਾਵ ਤੋਂ ਰਹਿਤ। ਤੇਰੇ ਉੱਤੇ ਮੀਂਹ, ਪਾਣੀ, ਹਵਾ, ਅੱਗ ਆਦਿਕ ਇਹਦਾ ਕੋਈ ਅਸਰ ਨਹੀਂ ਪੈਂਦਾ ਹੈ। ਸਤਿਗੁਰੂ ਜੀ ਬਾਣੀ ਵਿੱਚ ਲਿਖਦੇ ਨੇ, ਨਹੀਂ ਜਰੇ ਨੈਕ ਪਾਵਕ ਮਝਾਰ, ਬੋਰੇ ਨਾ ਸਿੰਧ ਸੋਖੇ ਨਾ ਬਿਆਰ। ਜਿਹਦੇ ਉੱਤੇ ਝੱਖੜ ਝਾਂਜੇ ਦਾ ਕੋਈ ਅਸਰ ਨਹੀਂ, ਕਿਉਂ ਆਤਮ ਸਰੂਪ ਹੈ ਤੇ ਆਤਮਾ ਦੇ ਉੱਤੇ ਕਿਸੇ ਪ੍ਰਕਾਰ ਦੇ ਅਸਤਰ ਸ਼ਸਤਰ ਦਾ ਕੋਈ ਅਸਰ ਨਹੀਂ ਹੁੰਦਾ। ਉਹਨੂੰ ਕਹਿ ਦਿੰਦੇ ਅਝੰਜ ਹੈ। ਤਾਂ ਜਾਂ ਫਿਰ ਝੰਜ ਮੈਨੇ ਝੜ ਜਾਣਾ, ਕੋਈ ਚੀਜ਼ ਝੜ ਜਾਂਦੀ ਹੈ, ਸੁੱਕ ਕੇ ਝੜ ਜਾਣਾ। ਹੇ ਅਕਾਲ ਪੁਰਖ ਜੀ, ਤੂੰ ਝੰਜ ਤੋਂ ਆ ਰਹਿਤ, ਝੜਨੇ ਤੋਂ ਰਹਿਤ ਹੈ। ਤੇਰਾ ਤੇਜ ਪ੍ਰਕਾਸ਼, ਤੇਰੀ ਵਿਦਵਤਾ, ਤੇਰਾ ਗਿਆਨ, ਤੇਰਾ ਬਲ, ਤੇਰਾ ਸਰੂਪ, ਤੇਰੇ ਸ਼ੁਭ ਗੁਣ, ਤੇਰੀਆਂ ਤਾਕਤਾਂ, ਇਹ ਕੋਈ ਵੀ ਚੀਜ਼ ਘਟਦੀ ਨਹੀਂ ਆ। ਕਿਸੇ ਪ੍ਰਕਾਰ ਤੇਰਾ ਤੇਜ ਪ੍ਰਕਾਸ਼ ਜਿਹੜਾ ਸੰਸਾਰ ਦੇ ਵਿੱਚ ਹੈ ਉਹ ਖਤਮ ਨਹੀਂ ਹੁੰਦਾ। ਤਾਂ ਸਤਿਗੁਰੂ ਕਹਿੰਦੇ ਅਨੂਪ ਰੂਪ ਸਰੂਪ ਹੈ, ਅਛਿਜ ਤੇਜ ਮਾਨੀ। ਅਛਿਜ, ਜਿਹਦਾ ਤੇਜ ਪ੍ਰਕਾਸ਼ ਕਦੀ ਵੀ ਘਟਦਾ ਨਹੀਂ, ਉਹ ਕੌਣ ਹੈ? ਅਕਾਲ ਪੁਰਖ ਵਾਹਿਗੁਰੂ, ਝੜਨੇ ਤੋਂ ਰਹਿਤ ਹੈ। ਤਾਂ ਅਗਲੀ ਪੌੜੀ 10ਵੇਂ ਪਾਤਸ਼ਾਹ ਫੇਰ ਉਸਤਤ ਕਰਦੇ ਪਰਮੇਸ਼ਰ ਦੀ। ਕੀ ਕਹਿੰਦੇ ਨੇ? ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ। ਅਮੀਕ ਅਰਬੀ ਭਾਸ਼ਾ ਵਰਤਦੇ ਆ ਮਹਾਰਾਜ। ਅਰਬੀ ਦੇ ਵਿੱਚ ਅਮੀਕ ਕੀ ਆ? ਵਿਸ਼ੇਸ਼ਣ, ਤੇ ਜਿਹਦਾ ਅਰਥ ਹੁੰਦਾ ਅਥਾ, ਡੂੰਘਾ, ਗਹਿਰਾ, ਗੰਭੀਰ। ਹੇ ਅਕਾਲ ਪੁਰਖ ਜੀ, ਤੂੰ ਅਤਿਅੰਤ ਹੀ ਅਮੀਕ ਮੈਨੇ ਬਹੁਤਾ ਡੂੰਘਾ ਹੈ। ਆ ਮੈਨੇ ਵਿਸ਼ੇਸ਼ ਕਰਕੇ ਮੀਕ, ਜਿਹੜਾ ਅਤਿਅੰਤ ਡੂੰਘਾ ਹੈ, ਅਥਾਹ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਉਹ ਕੀ? ਅਮੀਕ ਹੈ। ਜਾਂ ਮੀਕ ਦਾ ਅਰਥ ਹੁੰਦਾ ਮਿਕਦਾਰ, ਮੈਨੇ ਬਰਾਬਰ। ਕੋਈ ਵੀ ਆਪ ਜੀ ਦੇ ਸਦਰਸ ਨਹੀਂ ਹੈ, ਕੋਈ ਵੀ ਤੇਰੇ ਬਰਾਬਰ ਨਹੀਂ ਸੱਚੇ ਪਾਤਸ਼ਾਹ। ਜਾਂ ਮੀਕ ਦਾ ਅਰਥ ਹੁੰਦਾ ਅੰਦਾਜ਼ਾ। ਮਿਕਦਾਰ ਦਾ ਅਰਥ ਇੱਕ ਇਹ ਵੀ ਹੁੰਦਾ ਨਾ, ਅੰਦਾਜ਼ਾ ਲਾਉਣਾ ਵੀ ਕਿੰਨੀ ਮਿਕਦਾਰ। ਜਿੱਥੇ ਮਿਕਦਾਰ ਦਾ ਅਰਥ ਹੁੰਦਾ ਸਦਰਸ, ਬਰਾਬਰ, ਉਥੇ ਮਿਕਦਾਰ ਦਾ ਇੱਕ ਇਹ ਵੀ ਅਰਥ ਹੁੰਦਾ ਵਾ ਅੰਦਾਜ਼ਾ ਲਾਉਣਾ ਵੀ ਕਿੰਨੀ ਕੁ ਮਿਕਦਾਰ ਆ ਇਹਦੇ ਵਿੱਚ। ਤਾਂ ਹੇ ਸੱਚੇ ਪਾਤਸ਼ਾਹ, ਤੇਰੀਆਂ ਤਾਕਤਾਂ, ਤੇਰੇ ਬਲ ਦਾ ਕੋਈ ਅੰਦਾਜ਼ਾ ਲਾ ਸਕਦਾ ਦੁਨੀਆ ਦੇ ਵਿੱਚ ਵੀ ਕਿੰਨੀ ਕੁ ਤਾਕਤ ਹੈ, ਕਿੰਨਾ ਕੁ ਬਲ ਹੈ? ਕੋਈ ਵੀ ਐਸਾ ਨਹੀਂ ਕਰ ਸਕਦਾ। ਕਿਉਂ? ਵੱਡਾ ਸਾਹਿਬ ਵੱਡੀ ਨਾਈ, ਉਹਦੇ ਵਰਗਾ ਕੋਈ ਵੱਡਾ ਹੈ ਹੀ ਨਹੀਂ ਸੰਸਾਰ ਦੇ ਵਿੱਚ। ਤਾਂ ਸੱਚੇ ਪਾਤਸ਼ਾਹ ਕਹਿੰਦੇ ਰਫੀਕ ਹੈ। ਰਫੀਕ ਅਰਬੀ ਦੇ ਵਿੱਚ ਕਹਿੰਦੇ ਦੋਸਤ ਨੂੰ, ਮਿੱਤਰ ਨੂੰ, ਪਿਆਰੇ ਨੂੰ। ਕਿ ਹੇ ਅਕਾਲ ਪੁਰਖ, ਤੂੰ ਸਭਨਾ ਜੀਆਂ ਦਾ ਪਿਆਰਾ ਰਫੀਕ ਮਿੱਤਰ ਹੈ। ਸਭਨਾ ਦਾ ਮਿੱਤਰ ਆ, ਕਿਸੇ ਦਾ ਮਾੜਾ ਨਹੀਂ ਕਰਦਾ। ਆਪੋ ਆਪਣੇ ਕਰਮ ਨੇ ਜੀ, ਜਿਹੋ ਜਿਹਾ ਫਲ ਸਾਨੂੰ ਮਿਲਦਾ ਹੈ ਇਹ ਸਾਡੇ ਕਰਮਾਂ ਦੀ ਗੱਲ ਹੈ। ਵਾਹਿਗੁਰੂ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਸਭਨਾ ਦਾ ਪਿਆਰਾ ਹੈ। ਰਫੀਕ ਮੈਨੇ ਪਿਆਰਾ ਹੈ, ਮਿੱਤਰ ਹੈ। ਸੱਜਣ ਮਹਿਡਾ ਚਾਈਆ, ਹੱਬ ਕਹੀ ਦਾ ਮਿੱਤ। ਗੁਰਬਾਣੀ ਵਿੱਚ ਲਿਖਿਆ, ਹੱਬੇ ਜਾਣਨ ਆਪਣਾ, ਕਹੀ ਨਾ ਠਾਹੇ ਚਿੱਤ। ਅਤੰਦ ਹੈ, ਅਬੰਧ ਹੈ। ਹੇ ਅਕਾਲ ਪੁਰਖ, ਤੂੰ ਹਰ ਪ੍ਰਕਾਰ ਦੇ ਧੰਦ ਧੰਦਿਆਂ ਤੋਂ ਰਹਿਤ ਹੈ। ਅਬੰਧ ਹੈ, ਹੁਣ ਬੰਧ ਦਾ ਅਰਥ ਕੀ ਹੋਇਆ? ਬੰਧਨਾਂ ਤੋਂ ਰਹਿਤ। ਆ ਮੈਨੇ ਰਹਿਤ। ਹੇ ਅਕਾਲ ਪੁਰਖ, ਤੂੰ ਮੋਹ ਆਦਿਕ ਦੇ ਬੰਧਨਾਂ ਤੋਂ ਰਹਿਤ ਹੈ। ਮੋਹ ਦਾ ਬੰਧਨ ਤੇਰੇ ਉੱਤੇ ਨਹੀਂ ਪੈਂਦਾ ਹੈ। ਨਿਰਬੂਝ ਹੈ, ਅਸੂਝ ਹੈ, ਨਿਰ ਰਹਿਤ ਹੈ। ਬੂਝ ਮੈਨੇ ਪੰਜਾਬੀ ਦੇ ਵਿੱਚ ਬੋਧ, ਸਮਝਣਾ, ਜਾਣਕਾਰੀ। ਹੇ ਅਕਾਲ ਪੁਰਖ, ਤੂੰ ਮਲਨ ਬੁੱਧੀ ਤੇ ਚੰਚਲ ਮਨ ਦੁਆਰਾ ਬੂਝ ਬੁੱਝਣੇ ਤੋਂ ਨਿਰ ਰਹਿਤ ਹੈ।
ਜਿਨ੍ਹਾਂ ਦਾ ਮਨ ਮੈਲਾ ਹੈ, ਜਿਨ੍ਹਾਂ ਦੀ ਬੁੱਧੀ ਮਾੜੀ ਹੋ ਚੁੱਕੀ, ਵਿਸ਼ਿਆਂ ਵਿੱਚ ਲੱਗ ਕੇ ਉਹਨਾਂ ਦੀ ਸਮਝ ਵਿੱਚ ਨਹੀਂ ਤੂੰ ਆਉਣ ਵਾਲਾ, ਉਹ ਤੇਰਾ ਖੰਡਨ ਕਰਨਾ ਸ਼ੁਰੂ ਕਰ ਦਿੰਦੇ। ਉਹ ਕਹਿੰਦੇ ਨਹੀਂ ਜੀ ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ। ਉਹ ਨਿਸ਼ਾਨੀ ਕਿਹਦੀ ਆ? ਮਲੀਨ ਬੁੱਧੀ ਦੀ ਤੇ ਚੰਚਲ ਮਨ ਦੀ ਵੀ। ਮਨ ਬੜਾ ਤੇਜ਼ ਹੈ, ਸ਼ੰਕੇ ਖੜੇ ਕਰੀ ਜਾਂਦਾ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਵੀ ਲਿਖਦੇ ਆ ਵੀ ਰੱਬ ਚਤਰ ਚਲਾਕੀਆਂ ਨਾਲ ਨਹੀਂ ਮਿਲਦਾ। ਰੇ ਜਨ ਮਨ ਮਾਧੋ ਸਿਉ ਲਾਈਐ, ਚਤੁਰਾਈ ਨਾ ਚਤੁਰਭੁਜ ਪਾਈਐ। ਤਾਂ ਹੇ ਅਕਾਲ ਪੁਰਖ ਜੀ, ਤੂੰ ਮਾੜੇ ਮਨ ਤੇ ਚੰਚਲ ਬੁੱਧੀ ਦੁਆਰਾ ਪ੍ਰਾਪਤ ਹੋਣ ਵਾਲਾ ਨਹੀਂ, ਜਾਂ ਫਿਰ ਨਿਰਬੂਝ ਹੈ। ਹੁਣ ਬੂਝ ਦਾ ਅਰਥ ਜੇ ਇਦਾਂ ਕਰ ਲਈਏ ਵੀ ਬੁੱਝ ਜਾਣਾ, ਬੁਝਾ ਦੇਣਾ, ਜਿਵੇਂ ਪਾਣੀ ਪਾ ਕੇ ਅੱਗ ਬੁਝ ਗਈ, ਕਿਤੇ ਇਦਾਂ ਤਾਂ ਨਹੀਂ ਅਰਥ ਕਰ ਲੈਂਦੇ ਵੀ ਰੱਬ ਦੀ ਜੋਤ ਸ਼ਾਇਦ ਬੁਝ ਜਾਂਦੀ ਹੈ। ਹੁਣ ਚਲੋ ਗੱਲ ਤੇ ਇਦਾਂ ਦੀ ਹੈ ਤੇ ਕਈ ਵਾਰੀ ਗਲਤ ਸਿੱਖਿਆ ਲੈ ਲਈ ਜਾਂਦੀ ਹੈ। ਕਿਤੇ ਜੋਤ ਜਗਦੀ ਪਈ ਸੀ ਨਾ ਤੇ ਸਿੰਘਾਂ ਨੂੰ ਲੱਗੀ ਭੁੱਖ, ਭੁੱਖ ਵੀ ਇਹੋ ਜਿਹੀ ਲੱਗੀ ਵੀ ਹੁਣ ਇਹ ਨਾ ਤੁਸੀਂ ਕਿਤੇ ਸਿੱਖਿਆ ਲੈ ਲਿਓ ਵੀ ਜੋਤਾਂ ਦਾ ਘਿਓ ਕੱਢ ਕੇ ਤੜਕੇ ਹੀ ਲਾਈ ਜਾਇਓ ਬਾਅਦ ਚ। ਜੋਤ ਜਗਦੀ ਪਈ ਤੇ ਸਿੰਘਾਂ ਨੂੰ ਲੱਗੀ ਭੁੱਖ। ਇੱਕ ਕਹਿੰਦਾ ਜੋਤ ਬੁੱਝ ਜਾਣੀ ਆ, ਹੁਣ ਦੂਜੇ ਨੂੰ ਭੁੱਖ ਬੜੀ ਲੱਗੀ ਸੀ, ਉਹ ਆਪਦੇ ਹੱਲ ਹੱਥ ਕਰਕੇ ਕਹਿੰਦਾ ਇੱਧਰ ਜਾਗਦੀ ਬੁੱਝ ਚੱਲੀ ਆ, ਇਹ ਤੇ ਫਿਰ ਜਗ ਪੂਗੀ, ਤੂੰ ਘਿਓ ਲਿਆ ਪ੍ਰਸ਼ਾਦਾ ਬਣਾਈਏ। ਇੱਧਰ ਜਾਗਦੀ ਬੁੱਝ ਚੱਲੀ ਆ, ਭਾਵ ਜੇ ਮੈਂ ਮਰ ਗਿਆ ਤੇ ਇਹ ਨਹੀਂ ਜਗਣੀ, ਉਹ ਤੇ ਫਿਰ ਘਿਓ ਪੈ ਕੇ ਜਗ ਜਾਣੀ ਆ। ਪਰ ਇਹਦਾ ਮਤਲਬ ਇਹ ਨਾ ਲੈ ਲਿਓ ਹੱਥ ਜੋੜ ਕੇ ਕਵਾਂ ਜੋਤ ਦਾ ਘਿਓ ਖਾਣਾ ਨਹੀਂ ਚਾਹੀਦਾ ਹੁੰਦਾ। ਅਰਦਾਸਾਂ ਬੇਨਤੀਆਂ ਦਾ ਹੁੰਦਾ ਹੈ ਵੀ ਜਿੱਦਾਂ ਬੰਦੇ ਦੀ ਜੋਤ ਰੋਟੀ ਤੋਂ ਬਿਨਾਂ ਬੁੱਝ ਜਾਂਦੀ, ਸ਼ਾਇਦ ਇਦਾਂ ਰੱਬ ਦੀ ਜੋਤ ਵੀ ਬੁੱਝ ਜਾਂਦੀ ਹੋਵੇ, ਵੀ ਸ਼ਾਇਦ ਰੱਬ ਦੀ ਜੋਤ ਵੀ ਬੁੱਝ ਜਾਂਦੀ ਹੋਵੇ, ਸਿੱਧਾ ਸ਼ਬਦਾਂ ਰੱਬ ਵੀ ਮਰ ਜਾਂਦਾ ਹੋਵੇ। ਤਾਂ ਮਹਾਰਾਜ ਕਹਿੰਦੇ ਨਹੀਂ ਸੱਜਣਾ, ਉਹਦੀ ਜੋਤ ਨਿਰ ਰਹਿਤ ਹੈ ਬੂਝ ਬੁੱਝਣੇ ਤੋਂ, ਨਾ ਘੜਦੀ ਹੈ ਨਾ ਬੁਝਦੀ ਹੈ। ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ, ਐਸੀ ਜੋਤ ਹੈ। ਅਸੂਝ ਹੈ। ਹੁਣ ਸੂਝ ਦਾ ਅਰਥ ਹੁੰਦਾ ਸੁਝਣਾ। ਸੁਝਣਾ ਮੈਨੇ ਦ੍ਰਿਸ਼ਟੀ ਆਉਣਾ, ਦਿਖਾਈ ਦੇ ਜਾਣਾ, ਜਾਂ ਸੁਝਣਾ ਮੈਨੇ ਸਮਝ ਦੇ ਵਿੱਚ ਪੈ ਜਾਣਾ, ਜਾਂ ਸੂਝ ਮੈਨੇ ਕੋਈ ਸਲਾਹ ਦੇ ਦੇਣੀ। ਬੜੇ ਅਰਥ ਨੇ ਸੂਝ ਦੇ, ਤੇ ਅੱਗੇ ਲੱਗਿਆ ਐੜਾ ਆ ਸੂਝ। ਹੁਣ ਜੇ ਸੁਝਣੇ ਦਾ ਅਰਥ ਕਰੀਏ ਵੀ ਸੁੱਝ ਜਾਣਾ, ਭਾਵ ਪਕੜ ਚ ਆ ਜਾਣਾ, ਦ੍ਰਿਸ਼ਟੀ ਚ ਆ ਜਾਣਾ, ਨਿਗਾਹ ਚ ਆ ਜਾਣਾ, ਤਾਂ ਪਰਮਾਤਮਾ ਇਹਨਾਂ ਨੇਤਰਾਂ ਦੇ ਨਾਲ ਸੂਝ ਦਿਸਣੇ ਤੋਂ ਰਹਿਤ ਹੈ, ਸੁਝਣੇ ਤੋਂ ਰਹਿਤ ਹੈ। ਕਈ ਕਰਤ ਕੋਟ ਵਿਦਿਆ ਵਿਚਾਰ, ਨਹੀਂ ਤਦਬ ਦਿਸਟ ਦੇਖੇ ਮੁਰਾਰ। ਗੁਰਬਾਣੀ ਦੇ ਵਿੱਚ ਵੀ ਲਿਖਿਆ ਨਾ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦਿਖਦਾ ਹੈ, ਇਹ ਬਾਹਰਲੀਆਂ ਅੱਖਾਂ ਨਹੀਂ, ਉਹ ਅੱਖਾਂ ਹੋਰ ਨੇ। ਗੁਰਬਾਣੀ ਵਿੱਚ ਲਿਖਿਆ ਜਿਨੀ ਡਸੰਦੋ ਮਾਂ ਪਿਰੀ, ਨਾਨਕ ਸੇ ਅਖੜੀਆਂ ਬਿਆਨ। ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਮੇਰਾ ਅਸਲੀ ਰੂਪ ਦਿਖਦਾ ਹੈ। ਤਾਂ ਇਹ ਬਾਹਰਲੀ। ਹੁਣ ਜਾਂ ਫਿਰ ਅੱਖਾਂ ਕਿਹੜੀਆਂ ਮੰਨੀਆਂ ਵਿਦਵਾਨਾਂ ਨੇ? ਧਾਰਮਿਕ ਗ੍ਰੰਥ, ਵਿਦਿਆ। ਵਿਦਿਆ ਦੇ ਨਾਲ ਬੰਦਾ ਸਿਆਣਾ ਹੋ ਜਾਂਦਾ, ਉਹਨੂੰ ਚੀਜ਼ਾਂ ਸੁਝਣ ਲੱਗ ਪੈਂਦੀਆਂ। ਮਤਾ ਕਿਤੇ ਮਨ ਚ ਹੰਕਾਰ ਆ ਜੇ, ਮਾਣ ਆ ਜੇ ਵੀ ਮੈਂ ਜ਼ਿਆਦਾ ਪੜ ਗਿਆ, ਹੁਣ ਰੱਬ ਨੂੰ ਮੈਂ ਸੋਚ ਲਿਆ, ਤਾਂ ਮਹਾਰਾਜ ਕਹਿੰਦੇ ਕਈ ਕਰਤ ਕੋਟ ਵਿਦਿਆ ਵਿਚਾਰ। 10ਵੇਂ ਪਾਤਸ਼ਾਹ ਕਹਿੰਦੇ ਕਰੋੜਾਂ ਸਾਲ ਵਿਦਿਆ ਦਾ ਵਿਚਾਰ ਕਰ, ਨਹੀਂ ਤਦਬ ਦਿਸਟ ਦੇਖੇ ਮੁਰਾਰ, ਤਾਂ ਵੀ ਰੱਬ ਇਹਨਾਂ ਬਾਹਰਲੀਆਂ ਅੱਖਾਂ ਨਾਲ ਸੂਝ ਸੁਝਣੇ ਤੋਂ ਰਹਿਤ ਹੈ। ਉਹਨੂੰ ਕਹਿੰਦੇ ਅਸੂਝ ਹੈ। ਜਾਂ ਫਿਰ ਅਸੂਝ ਹੈ। ਹੇ ਅਕਾਲ ਪੁਰਖ, ਤੂੰ ਕਿਸੇ ਪ੍ਰਕਾਰ ਦੀ ਸੂਝ ਸਲਾਹ ਤੋਂ ਰਹਿਤ ਹੈ। ਤੈਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ ਹੈ। ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ, ਅਵਰ ਨਾ ਬੂਝ ਕਰਤ ਵਿਚਾਰ। ਉਹ ਕਿਸੇ ਤੋਂ ਪੁੱਛਦਾ ਨਹੀਂ ਹੈ। ਅਕਾਲ ਹੈ, ਅਜਾਲ ਹੈ। ਅਕਾਲ, ਹੈ ਅਕਾਲ ਪੁਰਖ ਜੀ, ਤੂੰ ਕਾਲ ਮੌਤ ਤੋਂ ਰਹਿਤ ਹੈ। ਗੁਰਬਾਣੀ ਵਿੱਚ ਵੀ ਲਿਖਿਆ ਨਾ, ਤੂੰ ਅਕਾਲ ਪੁਰਖ ਨਾ ਹੀ ਸਿਰ ਕਾਲਾ। ਇਹ ਵਾਹਿਗੁਰੂ ਤੇਰੇ ਸਿਰ ਤੇ ਮੌਤ ਦਾ ਅਸਰ ਨਹੀਂ। ਜਾਂ 10ਵੇਂ ਪਾਤਸ਼ਾਹ ਵੀ ਕਹਿੰਦੇ ਕਾਲ ਰਹਿਤ ਅਨਕਾਲ ਸਰੂਪਾ। ਆਪਾਂ ਪੜ੍ਹਦੇ ਬੜੇ ਪ੍ਰੇਮ ਦੇ ਨਾਲ, ਅਲੱਖ ਪੁਰਖ
ਅਵਗਤ ਅਵਧੂਤਾ। ਅਕਾਲ ਹੈ ਜਿਹਦੇ ਉੱਤੇ ਕਾਲ ਮੌਤ ਦਾ ਅਸਰ ਨਹੀਂ। ਅਜਾਲ ਹੈ, ਜਾਲ ਦਾ ਅਰਥ ਕੀ ਹੋਇਆ? ਜਾਲ ਪਾਉਣਾ, ਫਸਾ ਲੈਣਾ, ਜਾਂ ਜਮਾਂ ਦਾ ਜਾਲ। ਭਾਵ ਅਰਥ ਕੀ ਹੋ ਗਿਆ? ਬੰਧਨ। ਜਾਂ ਜਾਲ ਮੈਨੇ ਜਲਣਾ, ਸੜਨਾ, ਈਰਖਾ ਦੀ ਅੱਗ ਦੇ ਵਿੱਚ ਜਲਣ ਹੋਣੀ, ਸੜਨਾ। ਹੁਣ ਜੇ ਜਾਲ ਦਾ ਅਰਥ ਕੀਤਾ ਜਾਵੇ ਜਮਾਂ ਦਾ ਜਾਲ, हे ਅਕਾਲ ਪੁਰਖ ਜੀ ਤੂੰ ਦੁਨੀਆ ਦੇ ਜਾਲ, ਕਿੰਨੇ ਅਰਥ ਹੋ ਸਕਦੇ? ਮਾਇਆ ਦੇ ਜਾਲ, ਜਮਾਂ ਦੇ ਜਾਲ ਤੋਂ ਰਹਿਤ ਹੈ। ਕਿਉਂ? ਗੁਰਬਾਣੀ ਕੀ ਕਹਿੰਦੀ ਹੈ? ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ। ਨਾ ਉੱਤੇ ਮਾਇਆ ਦਾ ਜਾਲ ਚੱਲੇ, ਨਾ ਉੱਤੇ ਜਮਾਂ ਦਾ ਜਾਲ ਚੱਲੇ। ਤੇ ਜਿਹੜੇ ਦੁਨਿਆਵੀ ਬੰਦੇ ਨੇ, ਇਨਸਾਨ ਕਿਦਾਂ ਦਾ ਵਾ? ਹਰ ਜਾਲ 'ਚ ਹੀ ਫਸਿਆ ਹੁੰਦਾ ਹੈ। ਫਸਾਉਣ ਦੀ ਲੋੜ ਹੀ ਨਹੀਂ, ਆਪ ਹੀ ਡਿੱਗਣ ਨੂੰ ਤਿਆਰ ਹੁੰਦਾ। ਉਹ ਰੱਬ ਮੌਕਾ ਨਾ ਦਵੇ, ਵੱਖਰੀ ਗੱਲ। ਪਰ ਪਰਮੇਸ਼ਰ ਉੱਤੇ ਕਿਸੇ ਜਾਲ ਦਾ ਅਸਰ ਨਹੀਂ, ਮਾਇਆ ਦਾ ਜਾਲ ਦਾ ਅਸਰ ਨਹੀਂ, ਲੋਭ ਦੇ ਜਾਲ ਦਾ ਅਸਰ ਨਹੀਂ, ਜਮਾਂ ਦੇ ਜਾਲ ਦਾ ਅਸਰ ਨਹੀਂ। ਤਾਂ ਸਤਿਗੁਰੂ ਕੀ ਕਹਿੰਦੇ ਬਾਣੀ ਦੇ ਵਿੱਚ? ਬਿਸਵਪਾਲ ਜਗਤ ਕਾਲ, ਦੀਨ ਦਿਆਲ ਬੈਰੀ ਸਾਲ, ਸਦਾ ਪ੍ਰਤਪਾਲ ਜਮ ਜਾਲ ਤੇ ਰਹਿਤ ਹੈ। ਉਹ ਜਮਾਂ ਦੇ ਜਾਲ ਦੇ ਵਿੱਚ ਨਹੀਂ ਫਸਦਾ ਹੈ। ਤੇ ਦੂਸਰਾ ਅਰਥ ਕੀ ਸੀ? ਜਾਲ ਮੈਨੇ ਜਲਣਾ, ਸੜਨਾ। हे ਪਰਮੇਸ਼ਰ ਜੀ ਆਪ ਹਰ ਪ੍ਰਕਾਰ ਦੀ ਜਾਲ ਜਲਣ ਤਾਈ ਤੋਂ ਰਹਿਤ। ਕਿਉਂ? ਸਾਰੇ ਹੀ ਤੇਰਾ ਸਰੂਪ ਨੇ, ਇਸ ਕਰਕੇ ਈਰਖਾ ਆਦਿ ਜਲਣ ਆਪ ਜੀ ਨੂੰ ਨਹੀਂ ਹੁੰਦੀ। ਜਾਂ ਫਿਰ ਜਾਲ ਮੈਨੇ ਬੰਧਨ, ਆ ਜਾਲ ਬੰਧਨਾਂ ਤੋਂ ਮੁਕਤ ਹੈ। ਬੰਧਨ ਤੇ ਮੁਕਤਾ ਘਟ ਘਟ ਜੁਗਤਾ, ਕਹਿ ਨਾ ਸਕੋ ਹਰ ਜੈਸਾ। ਉਹ ਕਿਸੇ ਬੰਧਨ ਦੇ ਵਿੱਚ ਨਹੀਂ ਆਉਂਦਾ, ਅਜਾਲ ਹੈ। ਜਾਲਾਂ ਤੋਂ, ਬੰਧਨਾਂ ਤੋਂ, ਜਲਣ ਤਾਈ ਤੋਂ, ਜਮਾਂ ਦੇ ਜਾਲ ਤੋਂ, ਮਾਇਆ ਦੇ ਜਾਲ ਤੋਂ ਰਹਿਤ ਹੈ। ਅਲਾਹ ਹੈ। ਹੁਣ ਅਰਬੀ ਦੇ ਵਿੱਚ ਅਲਾਹ ਕਹਿੰਦੇ ਅੱਲਾ ਨੂੰ, ਜਿਹਨੂੰ ਮੁਸਲਮਾਨ ਆਪਾਂ ਜਿਹਨੂੰ ਵਾਹਿਗੁਰੂ ਕਹਿ ਦਿੰਦੇ ਆ, ਹਿੰਦੂ ਜਿਹਨੂੰ ਭਗਵਾਨ ਕਹਿ ਦਿੰਦੇ ਆ, ਈਸਾਈ ਜਿਹਨੂੰ ਗੋਡ ਕਹਿ ਦਿੰਦੇ ਆ, ਮੁਸਲਮਾਨ ਉਹਨੂੰ ਕੀ ਕਹਿੰਦੇ? ਅੱਲਾ। ਤਾਂ ਅਰਬੀ ਦੇ ਵਿੱਚ ਕੀ ਹੈ? ਅੱਲਾਹ, ਪਾਰ ਬ੍ਰਹਮ ਕਰਤਾਰ। ਤੇ ਅੱਲਾ ਦਾ ਅਰਥ ਕੀ ਹੁੰਦਾ ਵਾ? ਵੀ ਜਿਹਦੇ ਸਿਵਾ ਹੋਰ ਕੋਈ ਵੀ ਨਹੀਂ, ਤੇ ਪੂਜਣ ਯੋਗ ਵੀ ਉਹ ਹੀ ਆ, ਉਹਦੇ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਉਣਾ। ਇਸਲਾਮ ਕਹਿੰਦਾ ਉਹ ਕੀ ਹੋਇਆ? ਅੱਲਾ। ਹੁਣ ਮੁਸਲਮਾਨਾਂ ਦੇ ਮਤ ਦੇ ਵਿੱਚ ਜਿਹੜੇ ਰੱਬ ਦੇ ਕਿਰਤਮ ਨਾਮ ਨੇ ਨਾ, ਉਹਨਾਂ ਨੂੰ ਸਿਫਾਤੀ ਨਾਮ ਕਹਿੰਦੇ ਨੇ। ਕਿਰਤਮ ਮੈਨੇ ਕਿਸੇ ਕਿਰਿਆ ਤੋਂ, ਕਾਰਜ ਤੋਂ, ਜਿਵੇਂ ਸਾਰਿਆਂ ਨੂੰ ਰੋਟੀ ਦਿੰਦਾ, ਸਾਰਿਆਂ ਦੀ ਪਾਲਣਾ ਕਰਦਾ, ਪਾਲਣ ਰੂਪ ਕਿਰਿਆ। ਜਿਹੜੇ ਤੇ ਕਿਰਿਆ ਤੋਂ ਪੈਣ ਉਹਨਾਂ ਨੂੰ ਸਿਫਾਤੀ ਕਹਿੰਦੇ ਨੇ। ਤੇ ਦੂਜੇ ਨਾਂ ਹੁੰਦੇ ਸਰੂਪ ਨਾਮ। ਸਰੂਪ ਮੈਨੇ ਜਿਹੜੇ ਉਹਦੇ ਗੁਣ ਨੂੰ, ਉਹਦੇ ਸੁਭਾਅ ਨੂੰ ਦੱਸਣ, ਉਹਨੂੰ ਮੁਸਲਮਾਨ ਕੀ ਕਹਿੰਦੇ ਨੇ? ਜਾਤੀ ਨਾਮ। ਸਿਫਾਤੀ ਨਾਮ ਤੇ ਜਾਤੀ ਨਾਮ। ਸਿਫਾਤੀ ਮੈਨੇ ਜਿਹੜੇ ਉਹਦੇ ਕੰਮਾਂ ਤੋਂ ਪਏ, ਤੇ ਜਾਤੀ ਮੈਨੇ ਜਿਹੜਾ ਉਹਦਾ ਸੁਭਾਅ ਵਾ, ਉਹਦਾ ਸਰੂਪ ਆ, ਵੀ ਉਹ ਕਿਦਾਂ ਦਾ ਵਾ। ਜਿਹੜਾ ਅੱਲਾ ਨਾਮ ਆ ਨਾ, ਇਹ ਜਾਤੀ ਨਾਮ ਆ। ਇਹ ਉਹਦਾ ਸੁਭਾਅ ਦੱਸਦਾ, ਉਹਦਾ ਸਰੂਪ ਦੱਸਦਾ ਵਾ, ਉਹਦੇ ਗੁਣ ਦੱਸਦਾ ਵਾ। ਵੀ ਕੀ ਕਹਿੰਦੇ ਆ? ਵੀ ਜਿਹੜਾ ਪਵਿੱਤਰ ਆ, ਖੁਦ ਹਸਤੀ ਆ, ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰਦਾ, ਉਹਨੂੰ ਅੱਲਾ ਕਿਹਾ ਜਾਂਦਾ ਹੈ। ਤਾਂ हे ਅਕਾਲ ਪੁਰਖ ਸੱਚੇ ਪਾਤਸ਼ਾਹ ਜੀ, ਤੂੰ ਅੱਲਾ ਹੈ, ਤੂੰ ਅੱਲਾ ਵਾ। ਮੈਨੇ ਇੱਕੋ ਇੱਕ ਹੈ, ਪੂਜਣ ਯੋਗ ਹੈ, ਪਵਿੱਤਰ ਹੈ। ਕਿਉਂਕਿ ਗੁਰਬਾਣੀ ਵਿੱਚ ਰੱਬ ਦੇ ਕਿਸੇ ਨਾਮ ਦੇ ਨਾਲ ਕੋਈ ਨਫ਼ਰਤ ਨਹੀਂ, ਕੋਈ ਨਫ਼ਰਤ ਨਹੀਂ ਆ। ਭਾਵੇਂ ਮੁਸਲਮਾਨਾਂ ਦਾ ਨਾਮ ਆ, ਭਾਵੇਂ ਹਿੰਦੂਆਂ ਦਾ ਨਾਮ। ਕਿਉਂ? ਗੁਰਬਾਣੀ ਕੀ ਕਹਿੰਦੀ ਹੈ? ਅੱਲਾਹ ਪਾਕੰਗ ਪਾਕ ਹੈ, ਸਕ ਕਰੋ ਜੇ ਦੂਸਰੋਏ। ਤਾਂ ਅੱਲਾ ਦਾ ਅਰਥ ਕੀ ਹੋਇਆ? ਇੱਕੋ ਇੱਕ, ਰੱਬ ਇੱਕ ਹੀ ਆ। ਤਾਂ ਉਹ ਕੀ ਆ? ਅੱਲਾਹ ਹੈ। ਜਾਂ ਫਿਰ हे ਅਕਾਲ ਪੁਰਖ, ਲਾ ਮੈਨੇ ਲਖਣਾ, ਜਾਣ ਲੈਣਾ। ਤੂੰ ਲਖਣੇ ਤੋਂ ਰਹਿਤ ਹੈ। ਜੋਗੀ ਕਹਿੰਦੇ ਹੁੰਦੇ ਸੀ ਨਾ, ਅਲੱਖ, ਅਲੱਖ ਜਗਾਉਂਦੇ ਨਾ ਜੋਗੀ, ਅਲੱਖ ਅਲੱਖ ਕਹਿ ਕੇ ਆਵਾਜ਼ ਦਿੰਦੇ ਨੇ। ਅਲੱਖ ਨਿਰੰਜਨ ਮੈਨੇ, ਜਿਸ ਰੱਬ ਨੂੰ ਲੱਖ ਲਖਿਆ ਨਹੀਂ ਜਾਂਦਾ, ਜਿਹੜਾ ਜਾਣਨੇ ਤੋਂ ਰਹਿਤ ਹੈ, ਬਾਹਰਲੇ ਦਿਮਾਗ ਦੇ ਨਾਲ ਜਿਹੜਾ ਵਸ ਦੇ ਵਿੱਚ ਨਹੀਂ ਆਉਂਦਾ, ਉਹ ਵਾਹਿਗੁਰੂ ਲਖਣੇ ਤੋਂ ਰਹਿਤ।
ਅਜਾਹ ਹੈ। ਜਾ ਫਾਰਸੀ ਦੇ ਵਿੱਚ ਕਹਿੰਦੇ ਜਗ੍ਹਾ ਨੂੰ, ਥਾਂ ਨੂੰ। ਇਹ ਅਕਾਲ ਪੁਰਖ ਤੂੰ ਨਿਵਾਸ ਕਰਨ ਲਈ ਤੇਰੇ ਲਈ ਕੋਈ ਖਾਸ ਜਗ੍ਹਾ ਨਹੀਂ। ਆਪਾਂ ਤੇ ਜਗ੍ਹਾ ਬਣਾਈ ਹੁੰਦੀ ਆ ਨਾ ਵੀ ਹੁਣ ਥੱਕ ਗਏ ਆ ਤੇ ਉਹ ਉੱਥੇ ਜਾ ਕੇ ਲੰਮੇ ਪੈ ਜਾਈਏ, ਘੜੀ ਸੁੱਖ ਲਈਏ। ਰੱਬ ਨੇ ਵੀ ਕੋਈ ਥਾਂ ਰੱਖਿਆ ਹੋਊਗਾ ਨਾ ਵੀ ਜਿੱਥੇ ਜਾ ਕੇ ਸੌਂ ਜਾਂਦਾ ਹੋਣਾ ਵੀ ਸੁੱਖ ਲੈਣਾ। ਲੋਕ ਲਹੂ ਬੜਾ ਪੀਂਦੇ ਆ, ਰਾਤ ਦਿਨ ਸੌਣ ਹੀ ਨਹੀਂ ਦਿੰਦੇ, ਅਰਦਾਸਾਂ ਤੇ ਅਰਦਾਸਾਂ। ਤੇ ਕਈ ਵਾਰੀ ਸਿੰਘ ਹੱਸਦੇ ਵੀ ਹੁੰਦੇ ਆ ਵੀ ਕਈ ਤੇ 2 ਵਜੇ ਪ੍ਰਕਾਸ਼ ਕਰਦੇ ਆ, ਕਈ 3 ਵਜੇ ਕਰਦੇ, ਕਈ 4 ਵਜੇ ਨਿਤਨੇਮ ਸ਼ੁਰੂ ਕਰਦੇ ਤੇ ਕਈ ਤੇ 12:30 ਹੀ ਜਕਾਰੇ ਛੱਡਣ ਲੱਗ ਪੈਂਦੇ ਆ। ਵੀ ਕੀ ਰੱਬ ਦੀ ਬੰਦਗੀ ਕਰਦੇ ਕਿ ਰੱਬ ਦਾ ਲਹੂ ਪੀਂਦੇ ਆ? ਵੀ ਕਿੱਡਾ ਵੱਡਾ ਰੱਬ ਦਾ ਦਿਲ ਹੋਊਗਾ, ਇੰਨੀਆਂ ਅਰਦਾਸਾਂ ਬੇਨਤੀਆਂ ਸੁਣੀ ਜਾਂਦਾ, ਨਹੀਂ ਤੇ ਬੰਦਾ ਅੱਕ ਹੀ ਜਾਂਦਾ ਹੈ। ਤਾਂ ਇਹਨਾਂ ਤੋਂ ਫਿਰ ਅੱਕ ਕੇ ਰੱਬ ਨੇ ਕੋਈ ਥਾਂ ਰੱਖਿਆ ਹੋਊਗਾ ਨਾ, ਰੈਸਟ ਹਾਊਸ ਬਣਾਇਆ ਹੋਊਗਾ ਜਿੱਥੇ ਉਹ ਆਰਾਮ ਕਰਦਾ। ਮਹਾਰਾਜ ਕਹਿੰਦੇ ਨਹੀਂ, ਇਦਾਂ ਦੀ ਗੱਲ ਨਹੀਂ। ਉਹ ਨਾ ਥੱਕਦਾ ਵਾ, ਨਾ ਉਹ ਅੱਕਦਾ ਵਾ, ਨਾ ਉਹ ਟੁੱਟਦਾ ਵਾ, ਨਾ ਉਹ ਦੁਖੀ ਹੁੰਦਾ ਵਾ। ਉਹ ਕਿੱਦਾਂ ਦਾ ਵਾ? ਅਜਾ, ਜਿਹਨੇ ਕੋਈ ਖਾਸ ਜਗ੍ਹਾ ਨਹੀਂ ਬਣਾਈ। ਕਿਉਂ? ਉਹ ਤੇ ਹਰ ਥਾਂ ਤੇ ਬੈਠਾ ਹੋਇਆ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਗੱਲ ਬੜੀ ਸੋਹਣੀ ਕਹਿੰਦੇ ਹੁੰਦੇ ਸੀ। ਕਹਿੰਦੇ ਮੱਛੀ ਪਾਣੀ 'ਚ ਰਹਿੰਦੀ ਹੈ ਤੇ ਮੱਛੀ ਪਾਣੀ ਦੇ ਵਿੱਚ ਯਾਤਰਾ ਕਰਦੀ ਹਜ਼ਾਰਾਂ ਕਿਲੋਮੀਟਰ ਦੂਰ ਜਾ ਸਕਦੀ ਹੈ, ਆਪਣੇ ਪਰਿਵਾਰ ਤੋਂ ਦੂਰ ਜਾ ਸਕਦੀ ਹੈ, ਆਪਣੀ ਥਾਂ ਤੋਂ ਦੂਰ ਜਾ ਸਕਦੀ, ਪਰ ਮੱਛੀ ਪਾਣੀ ਤੋਂ ਦੂਰ ਨਹੀਂ ਹੋ ਸਕਦੀ, ਰਹਿੰਦੀ ਪਾਣੀ 'ਚ। ਇਸੇ ਤਰ੍ਹਾਂ ਬੰਦਾ ਆਪਣੇ ਪਰਿਵਾਰ ਤੋਂ ਦੂਰ ਜਾ ਸਕਦਾ, ਅਮਰੀਕਾ ਚਲੇ ਗਿਆ, ਕੈਨੇਡਾ ਚਲੇ ਗਿਆ, ਆਪਣੇ ਘਰ ਤੋਂ ਦੂਰ ਚਲੇ ਗਿਆ, ਪਰ ਰੱਬ ਤੋਂ ਦੂਰ ਨਹੀਂ ਜਾ ਸਕਦਾ। ਕਿਉਂ? ਰੱਬ ਹਰ ਥਾਂ ਤੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਤਾਂ ਕਿੱਡੀ ਵੱਡੀ ਮੂਰਖਤਾ ਹੋਵੇਗੀ ਵੀ ਰੱਬ ਕੌਣ? ਰੱਬ ਜਿਵੇਂ ਮੱਛੀ ਕਵੇ ਕੌਣ ਪਾਣੀ। ਤਾਂ ਮਹਾਰਾਜ ਕਹਿੰਦੇ ਤੇਰਾ ਕੋਈ ਖਾਸ ਥਾਂ ਨਹੀਂ ਵੀ ਫਲਾਣੇ ਥਾਂ ਤੇ ਹੀ ਤੂੰ ਬੈਠਾ ਹੈ, ਤੂੰ ਤੇ ਹਰ ਜਗ੍ਹਾ ਤੇ ਹਾਜ਼ਰ ਨਾਜ਼ਰ ਹੈ, ਅਨੰਤ ਹੈ, ਮਹੰਤ ਹੈ। ਹੇ ਅਕਾਲ ਪੁਰਖ ਤੂੰ ਅਨੰਤ, ਅੰਤ ਤੋਂ ਰਹਿਤ ਹੈ, ਮਹੰਤ ਪੂਜਨੀਕ, ਸਭ ਤੋਂ ਵੱਡਾ, ਸਭ ਜਗਤ ਭਗਤ ਮਹੰਤ, ਸਭ ਤੋਂ ਵੱਡਾ ਪੂਜਨੀਕ ਹੈ। ਅਲੀਕ ਹੈ, ਨਿਰਸਰੀਕ ਹੈ। ਲੀਕ ਕਹਿੰਦੇ ਨੇ ਕਲੰਕ ਨੂੰ। ਹੇ ਅਕਾਲ ਪੁਰਖ ਤੂੰ ਲੀਕ, ਕਲੰਕਾਦ ਦੋਸ਼ਾਂ ਤੋਂ ਨਿਸ਼ਕਲੰਕ ਹੈ। ਤੇ ਗੁਰਬਾਣੀ ਵਿੱਚ ਇਹ ਵੀ ਲਿਖਿਆ, ਗਿਆਨ ਬਰਪੋਧ ਚ ਅਰਦਾਸ ਲਿਖੀ ਬਹੁਤ ਸੋਹਣੀ। ਕੁਲ ਕਲੰਕ ਕਰਹੀਨ, ਕਿਰਪਾ ਸਾਗਰ ਕਰਨਾ ਕਰ। ਜਿੱਦਾਂ ਆਪਾਂ ਅਰਦਾਸ ਬੇਨਤੀ ਕਰਦੇ ਨਾ ਵੀ ਕਿਸੇ ਪਰਿਵਾਰ 'ਚ ਕੋਈ ਐਬ ਲੱਗ ਗਿਆ, ਕਲੰਕ ਲੱਗ ਗਿਆ, ਕੋਈ ਨਸ਼ਾ ਲੱਗ ਗਿਆ, ਕੋਈ ਬਿਮਾਰੀ ਲੱਗ ਗਈ, ਤੇ ਫਿਰ ਕਿਹੜੀ ਅਰਦਾਸ ਕਰਨੀ ਚਾਹੀਦੀ? ਤਾਂ ਗਿਆਨ ਪ੍ਰਬੋਧ 'ਚ ਮਹਾਰਾਜ 10ਵੇਂ ਪਾਤਸ਼ਾਹ ਲਿਖਦੇ, ਕੁਲ ਕਲੰਕ ਕਰਹੀਨ, ਕਿਰਪਾ ਸਾਗਰ ਕਰਨਾ ਕਰ। ਕਰਨ ਕਾਰਨ ਸਮਰੱਥ, ਕਿਰਪਾ ਕੀ ਸੂਰਤ ਕ੍ਰਿਤ ਧਰ। ਇਹ 2 ਪੰਕਤੀਆਂ ਪੜ੍ਹਨੀਆਂ ਚਾਹੀਦੀਆਂ। ਜਾਂ ਲੀਕ ਦਾ ਅਰਥ ਹੁੰਦਾ ਰੇਖਾ, ਚਿੰਨ, ਹੱਥਾਂ ਦੀਆਂ ਲੀਕਾਂ, ਮੱਥੇ ਦੀਆਂ ਲਕੀਰਾਂ, ਪੈਰਾਂ ਦੇ ਥੱਲੇ ਚਿੰਨ ਬਣੇ ਹੁੰਦੇ ਨਾ, ਜਿੱਤੋਂ ਪਤਾ ਲੱਗਦਾ ਜੋਤਿਸ਼ ਮੁਤਾਬਕ ਇਹ ਸੰਤ ਆ, ਸਾਧੂ ਅਵਤਾਰ। ਇਦਾਂ ਦੀਆਂ ਲੀਕਾਂ ਤੋਂ ਉਹ ਵਾਹਿਗੁਰੂ ਪਰਮੇਸ਼ਰ ਆ ਰਹਿਤ ਹੈ। ਜਾਂ ਲੀਕ ਮੈਨੇ ਕਿਸੇ ਚੀਜ਼ ਨੂੰ ਲੀਕਣਾ, ਉਲੀਕ, ਚਿੱਤਰਤ ਕਰਨਾ, ਫੋਟੋ ਬਣਾਉਣੀ। ਇਦਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਨੂੰ ਕੋਈ ਚਿੱਤਰਤ ਨਹੀਂ ਕਰ ਸਕਦਾ ਹੈ। ਜਾਂ ਫਿਰ ਇੱਕ ਅਰਥ, ਸਿਰਫ ਅਰਥ ਕਰਨ ਲੱਗਿਆ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਪਾਠ ਹੀ ਬਦਲ ਦੇ। ਅਲੀਕ ਹੈ, ਜਿਹੜਾ ਕੱਕਾ ਉਹ ਗਾਂਹ ਲੈ ਜਾਓ, ਅਰਥ ਕਰਨ ਲੱਗਿਆ ਬਸ, ਤੇ ਕੀ ਬਣਿਆ? ਅਲੀਕ ਹੈ। ਅਲੀ ਕਿਹਨੂੰ ਕਹਿੰਦੇ? ਸਖੀ ਨੂੰ, ਸਹੇਲੀ ਨੂੰ। ਕਹੇ ਮੈਨੇ ਕਹਿਣਾ, ਜਿਸ ਪਰਮਾਤਮਾ ਨੂੰ ਮਹਾਤਮਾ ਰੂਪ ਸਖੀਆਂ ਕਹਿੰਦੀਆਂ ਨੇ, ਅਲੀ ਮੈਨੇ ਸਖੀ ਸਹੇਲੀ ਉਸਤਤ ਕਰਦੀਆਂ ਨੇ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਇਨੇ ਕੀ ਢਾਲਾ, ਸਵਨ ਢਾਲਾ ਕ੍ਰਿਸ਼ਨ ਮਾਲਾ, ਜਪੋ ਤੁਸੀਂ ਸਹੇਲਿਓ। ਉਹਨੂੰ ਕੀ ਕਹਿੰਦੇ? ਅਲੀ ਕਹੇ, ਸਿਰਫ ਅਰਥ ਕਰਨ ਲੱਗਿਆ ਪਾਠ ਤੇ ਅਲੀ ਕੀ। ਨਿਰਸਰੀਕ ਹੈ। ਹੁਣ ਆ ਜਿਹੜਾ ਸਰੀਕ ਸ਼ਬਦ ਆਪਣੇ ਚ ਬੜਾ ਚੱਲਦਾ, ਇਹ ਪੰਜਾਬੀ ਦਾ ਨਹੀਂ, ਇਹ ਅਰਬੀ ਦਾ ਵਾ। ਆਪਣੇ ਚੱਲਦਾ ਨਾ ਰੱਬ ਸ਼ਬਦ ਵੀ,
ये अपना नहीं, भाषा अपनी दा नहीं, ये भी अरबी दा, शरीक अरबी दा शब्द ते जिहदा मतलब हुंदा वा शिरक, मैंने हिस्सा रखण वाला, हिस्सेदार, भी मेरा बराबर दा हिस्सा। शिरक तो की बनया शरीक, हिस्सा रखण वाला। कि वाहिगुरु परमेश्वर दा भी कोई शरीक आ उहदे बराबर वाला है? तां महाराज कहंदे नहीं, हे अकाल पुरख तू शरीके आत तो रहत है। जां फिर एक अर्थ, सिर्फ अर्थ कर लग्या, निर शरीक है। निर शरीक दा अर्थ की करना? निर सरी कहें, तीन हिस्सियां च इहनूं शब्द नूं वरतना, निर सरी कहें। हे अकाल पुरख, निर मैंने निरी, सरी मैंने सिरी, शोभा उस्तत कहें। तेरे भगत सिर्फ ते सिर्फ तेरी शोभा ही कहते, तेरी उस्तत करते ने, तेरी वडियाई ही करते हैं। निर्लंब है, असंभ है। हे अकाल पुरख तू अत्यंत निर्लंब दुर्लभ है, तू सौखा नहीं लभदा। गोबिंद ठाकुर मिलन दुराई, तेनू मिलना बहुत औखा है। ये नहीं भी तू हरेक नूं ही मिल पैना है। अगे कथा आवेगी, समाप्ति करनी है। जां निर्लंब मैंने आसरे, लंब मैंने आसरा। हे सच्चे पातशाह तू आसरे तो रहत, तेनू किसी प्रकार दे आसरे दी जरूरत नहीं है। केते महादीन, केते ब्यास से प्रवीण, केते कुमेर कुलीन, केते जछ कहियत हैं, करते हैं विचार। पैना पूरन को पावे पार, ताही ते अपार निराधार लईयत है। निराधार, निर्लंब, जिन्हों आसरे दी लोड़ नहीं। जां फिर असंभ है। असंभ दा अर्थ की हुंदा? संभालना। संभ मैंने संभालना, बटोर रखना, सुरक्षित करना। जां फिर संभ दा अर्थ हुंदा जन्म आदक। संज्ञा मैंने होंद, होना, मैंने जन्म उत्पत्ति। हे अकाल पुरख तू संभ तो आ, मैंने जन्म आद तो रहत है। जां हे अकाल पुरख तू हर एक तो संभ संभालिया नहीं जा सकता। महाराज कहते ना, अचर चरै तां सिद्ध होई, सिद्धि ते बुध पाई, प्रेम के सर लागे तन भीतर, तां भ्रम काटिया जाई। तेरा तेज कोई संभाल ही नहीं सकता। जेड़ा अजार नूं जर लवे ਉਹਨੂੰ तेरी प्राप्ति हुंदी आ, होर किसे नूं तेरी प्राप्ति नहीं हुंदी। ਉਹਦਾ तेज सांभना जरना बहुत औखा है। महाराज कहते बेअंत है, अनंत है, अनंत तेज मानिए। उदाहरण के तौर पर एक साखी कह के समाप्ति करिए, समा पूरा हो गया। मूसा पैगंबर जी यहूदियां दे पैगंबर होए ने। पैगंबर दा अर्थ हुंदा जिहड़ा पैगाम लैके आवे, वाहिगुरू दा संदेश दवे, हुक्म दवे। इन्हां दा जन्म अफ्रीका महादीप दे उत्तर पूर्व वाल लाल सागर दे किनारे मिस्र देश च होया। ये मिस्र देश दे सी जिन्हां नूं मूसा पैगंबर, इंग्लिश जिन्हों मसाइको कह दिंदे ना, मूसा जी पैगंबर साहब होए। ते जिहड़ा मिस्र दा राजा सी, ओहदी उपाधि सी फैरवा, जिन्हों फरून कह दिंदे ना, खुदा दा सराफिया होया। जिन्हों खुदा दा की सराफ होया सी, तेरी लाश नहीं गलूगी, अज भी पई है। ਉਹਦੇ ਵਿੱਚੋਂ ही मास पैदा ਹੁੰਦਾ, मिट्टी पैदा ਹੁੰਦੀ, ਊਰਦਾਂ ਦੀ बनी ਰਹਿੰਦੀ है, रोज सड़ती आ। हज़ारां साल हो गए, पर ਵਿੱਚੋਂ ही ਉਹਦੇ कुछ ਇਹੋ ਜਿਹਾ कैमिकल पैदा ਹੁੰਦਾ भी ਉਦਾਂ ही बनी ਰਹਿੰਦੀ। ਉਹਨੇ ਆਪਣੇ ਆਪ ਨੂੰ ਰੱਬ ਖਵਾਇਆ ਸੀ ना, ਤੇ ਮਹਾਰਾਜ ਨੇ ਆਖਿਆ ਸੀ ਵੀ ਰੱਬ ਨਾ ਹੀ ਬਣ ਤੇ ਚੰਗਾ ਹੈ। ਪਰ ਬੰਦਾ ਅੰਨਾ ਹੋ ਜਾਂਦਾ ਵੀ ਮੈਂ ਰਾਜਾ ਵਾਂ, ਬਾਦਸ਼ਾਹ ਵਾਂ। ਉਹ ਕਿਸੇ ਨੂੰ ਕੀ ਸਮਝਦਾ ਹੈ। ਤਾਂ ਉਹਨੇ ਰੱਬ ਖਵਾਇਆ, खुदा ਦਾ ਨੂੰ ਸਰਾਫ ਹੋਇਆ। ਅੱਜ ਵੀ ਉਹਦਾ ਸਰੀਰ ਪਿਆ ਉਸੇ ਤਰ੍ਹਾਂ ਹਜ਼ਾਰਾਂ ਸਾਲ। ਤਾਂ ਉਹ ਜਿਹੜਾ ਫੈਰਵਾ ਫरून ਸੀ, ਉਹਦਾ ਤਕੱਲਸ ਸੀ। ਉਸਨੇ ਇੱਕ ਸਮੇਂ ਯਹੂਦੀ ਜਾਤ ਨੂੰ ਆਪਣਾ ਗੁਲਾਮ ਬਣਾ ਲਿਆ ਤੇ ਗੁਲਾਮਾਂ ਦੇ ਘਰ मूसा जी ਪੈਦਾ ਹੋਏ। मूसा ਰੱਬ ਦਾ ਭਗਤ ਸੀ। चलो ये साखी तो बड़ी लंबी है। फरून दे नाल जो उन्हां दी घटना हुई, बड़ा कुछ होया, चमत्कार दिखाए, करामातां दिखाईयां, उन्होंने प्रभावित किया। तां जदों ये अपनी यहूदी कौम नूं नाल लैके तुरे, रब ने इन्हां नूं एक जगह दित्ती सी, थां दिता सी, जिन्हों फिलिस्तीन कहिंदे ना। ये रब दी दित्ती जगह सी इन्हां कोल, भी तुसीं ओ जगह ते चले जाओ, लाल सागर पार करके
ਹੁਣ ਅੱਗੇ ਆ ਗਿਆ ਸਮੁੰਦਰ, ਲਾਲ ਸਾਗਰ, ਪਾਰ ਕਿੱਦਾਂ ਕਰੀਏ? ਤਾਂ ਖੁਦਾ ਨੇ ਇੱਕ ਡੰਡਾ ਦਿੱਤਾ। ਉਹ ਡੰਡੇ ਨੂੰ ਜਦੋਂ ਪਾਣੀ ਨਾਲ ਛੁਹਾਇਆ ਤੇ ਪਾਣੀ ਦੋ ਹਿੱਸਿਆਂ 'ਚ ਵੰਡਿਆ ਗਿਆ ਸੀ, ਵਿੱਚ ਦੀ ਰਾਹ ਬਣ ਗਿਆ ਸੀ। ਤੇ ਇਹ ਆਪਣੀ ਕੌਮ ਨੂੰ ਲੈ ਕੇ ਫਿਲਿਸਤੀਨ ਪਹੁੰਚੇ ਸਨ। ਉੱਥੇ ਫਿਰ ਇਹਨਾਂ ਨੇ, ਅੱਜ ਵੀ ਜਿਹੜੀ ਯਹੂਦੀ ਕੌਮ ਹੈ ਸਭ ਤੋਂ ਵੱਧ ਅਮੀਰ, ਗਿਣਤੀ 'ਚ ਘੱਟ, ਸਭ ਤੋਂ ਵੱਧ ਅਮੀਰ ਤੇ ਸਭ ਤੋਂ ਜ਼ਿਆਦਾ ਪੜ੍ਹੀ ਲਿਖੀ ਯਹੂਦੀ ਕੌਮ ਹੈ। ਇੰਨਾ ਪੜ੍ਹਨ ਦੇ ਬਾਵਜੂਦ ਜਦੋਂ ਇਹਨਾਂ ਦੇ ਘਰ ਕਿਸੇ ਬੱਚੇ ਨੇ ਜਨਮ ਲੈਣਾ ਹੁੰਦਾ ਨਾ, ਆਪਣੀਆਂ ਮਾਈਆਂ ਵਾਂਗੂ ਨਾਟਕ ਨਹੀਂ ਵੇਂਦੇ ਰਹਿੰਦੀਆਂ ਵੀ ਸਾਸ ਵੀ ਕभी ਬਹੂ ਹੋਤੀ ਥੀ। ਵੀ ਇਹ ਕਿਹੜੀ ਗੱਲ ਵੇਖਣ ਵਾਲੀ ਹੈ? ਜਿਹੜੀ ਬਹੂ ਆ ਉਹਨੇ ਸੱਸ ਤੇ ਬਣਨਾ ਹੀ ਬਣਨਾ ਇੱਕ ਦਿਨ। ਇਹ ਕਿੱਡੀ ਗੱਲ ਸੀ ਵੀ ਵੇਖਣ ਵਾਲੀ, ਜਿਹੜੀ ਸੁਣੀ ਨਹੀਂ ਸੀ ਜਾਂ ਕਿਤੇ ਪੜ੍ਹੀ ਨਹੀਂ ਸੀ ਜਾਂ ਕਿਤੇ ਦਿਮਾਗ 'ਚ ਨਹੀਂ ਸੀ ਆਈ? ਇਹ ਨਾਟਕ ਵੇਂਦੀਆਂ ਰਹਿੰਦੀਆਂ। ਯਹੂਦੀਆਂ ਦੀਆਂ ਘਰ ਵਾਲੀਆਂ ਕੀ ਕਰਦੀਆਂ ਨੇ, ਜਦੋਂ ਇਹਨਾਂ ਦੇ ਬੱਚਾ ਹੋਣ ਵਾਲਾ ਹੁੰਦਾ, ਮੈਥ ਦੀ ਕਿਤਾਬ ਲੈ ਲੈਂਦੀਆਂ ਤੇ ਸਵਾਲਾਂ ਦੇ ਜਵਾਬ ਕੱਢਦੀਆਂ ਰਹਿੰਦੀਆਂ, ਔਖੇ ਤੋਂ ਔਖੇ ਸਵਾਲ ਦਾ ਜਵਾਬ। ਇਹ ਮੰਨਦੀਆਂ ਨੇ ਵੀ ਜਿਹੜਾ ਗਰਭ ਦੇ ਵਿੱਚ ਬੱਚਾ ਓਨਾ ਹੀ ਤੇਜ਼ ਤਰਾਰ ਤੇ ਪੜ੍ਹਾਈ 'ਚ ਹੁਸ਼ਿਆਰ ਜੰਮਦਾ ਬਾਅਦ ਦੇ ਵਿੱਚ, ਵੀ ਗਰਭ ਤੇ ਇੰਨਾ ਅਸਰ ਪੈਂਦਾ ਮਾਂ ਦੇ। ਮਾਂ ਜੋ ਕਰਦੀ ਹੈ, ਤੇ ਗੁਰਬਾਣੀ ਨੇ ਵੀ ਮੰਨਿਆ ਤੇ ਸੰਤ ਵੀ ਕਹਿੰਦੇ ਹੁੰਦੇ ਸੀ ਵੀ ਜਦੋਂ ਗਰਭ ਦੇ ਵਿੱਚ ਬੱਚਾ ਹੋਵੇ, ਬਾਣੀ ਪੜ੍ਹੋ, ਸ਼ਹੀਦਾਂ ਦੇ ਚਿੱਤਰਾਂ ਦੇ ਦਰਸ਼ਨ ਕਰੋ, ਰੱਬ ਦੀ ਗੱਲ ਕੰਨਾਂ ਨਾਲ ਸੁਣੋ। ਤਾਂ ਇਨ ਸਭ ਤੋਂ ਪੜ੍ਹੀ ਲਿਖੀ ਕੌਮ ਤੇ ਸਭ ਤੋਂ ਅਮੀਰ ਕੌਮ ਕੀ ਆ? ਯਹੂਦੀ। ਤੇ ਇਹ ਘਟਨਾ ਉਹ ਬੜੇ ਪ੍ਰੇਮ ਨਾਲ ਪੜ੍ਹ ਕੇ ਸੁਣਾਉਂਦੇ ਆ। ਬੜੀਆਂ ਵੀਡੀਓ ਬਣੀਆਂ, ਫਿਲਮਾਂ ਬਣੀਆਂ, ਤੁਸੀਂ ਦੇਖ ਸਕਦੇ ਯਹੂਦੀ ਕੌਮ ਉੱਤੇ, ਮੂਸਾ ਜੀ ਉੱਤੇ। ਤੇ ਅੱਜ ਵੀ ਇਹਨੂੰ ਸ਼ਰਧਾ ਨਾਲ ਮੰਨਦੇ ਆ। ਹੁਣ ਸਾਡੇ ਵਾਲੇ ਨਿੱਕੀ ਨਿੱਕੀ ਗੱਲ ਤੇ ਕਿੰਤੂ ਕਰੀ ਜਾਂਦੇ। ਹੁਣ ਸਾਖੀ ਕੀ ਕਹਿੰਦੀ ਆ? ਵੀ ਰੱਬ ਨੇ ਇੱਕ ਡੰਡਾ ਦਿੱਤਾ ਤੇ ਸਮੁੰਦਰ ਪਾੜਤਾ ਸੀ, ਵਿੱਚ ਦੀ ਰਾਹ ਬਣਾ ਕੇ ਲੰਘੇ ਸੀ, ਦੋਵੇਂ ਬੰਨੇ ਪਾਣੀ ਹੋ ਗਿਆ, ਤੇ ਮੰਨਦੇ ਆ। ਤੇ ਸਾਡੇ ਵਾਲੇ ਕੀ ਕਰਦੇ ਆ? ਇਹ ਨਿੱਕੀ ਨਿੱਕੀ ਗੱਲ ਤੇ ਹੀ ਮਹਾਰਾਜ ਨੇ ਪੰਜਾ ਕਿਦਾਂ ਲਾਤਾ। ਇਹ ਤੇ ਤੰਬੂ ਪਿੱਛੇ ਲੜੀ ਜਾਂਦੇ ਆ ਪੰਜਾਂ ਪਿਆਰਿਆਂ ਦੇ। ਹਰ ਸਾਲ ਆਪਾਂ ਵਿਸਾਖੀ ਤੇ ਕਥਾ ਸੁਣਾਉਣੀ ਹੁੰਦੀ ਤੇ ਹਰ ਸਾਲ ਲੜਨਾ ਹੁੰਦਾ ਵਿਚਾਰਾਂ ਰਾਈ ਵੀ ਬੱਕਰੇ ਵੱਡੇ ਸੀ ਕਿ ਸਿਰ ਵੱਡੇ ਸੀ। ਇਹ ਤੇ ਇੱਥੇ ਹੀ ਬੈਠੇ ਉਦੋਂ ਦੇ। ਤੇ ਇੰਨੀ ਅਮੀਰ ਕੌਮ, ਇੰਨੀ ਪੜ੍ਹੀ ਲਿਖੀ ਕੌਮ, ਪਰ ਆਪਦੇ ਪੈਗੰਬਰ ਤੇ ਕਿੰਤੂ ਪਰੰਤੂ ਨਹੀਂ ਕੋਈ। ਤਾਂ ਸਮੁੰਦਰ ਨੇ ਉਹਨਾਂ ਨੂੰ ਰਾਹ ਦਿੱਤਾ ਜੀ। ਉਹ ਜਿਹੜੀ ਜਗ੍ਹਾ ਤੇ ਪਹੁੰਚੇ ਉਹਦਾ ਨਾਂ, ਜੇ ਮੈਂ ਗਲਤ ਨਾ ਲਾਵਾਂ, ਤੇ ਫਿਲਿਸਤੀਨ ਜਿਹੜਾ ਇਹਨਾਂ ਦਾ ਰਾਜ ਭਾਗ ਮਿਲਿਆ। ਉੱਥੇ ਮੰਦਰ ਬਣਾਇਆ। ਫਿਰ ਇਹਨਾਂ ਨੂੰ ਧੁਰ ਦੀ ਬਾਣੀ ਆਈ, ਤਾਂ ਧੁਰ ਕੀ ਬਾਣੀ ਅਨੁਸਾਰ ਫਿਰ ਇਹਨਾਂ ਨੇ ਆਪਦੇ ਵਿਚਾਰ ਲਿਖੇ, ਆਪਣੀ ਕੌਮ ਵਾਸਤੇ ਮਰਿਆਦਾ ਬੰਨੀਆਂ। ਉੱਥੇ ਮੰਦਰ ਬਣਾਇਆ ਤੇ ਮੰਦਰ ਵਿੱਚ ਉਹਨਾਂ ਨੇ ਖੁਦਾ ਦੀ ਤਪੱਸਿਆ ਸ਼ੁਰੂ ਕਰਾਈ, ਨੇਮ ਦੱਸੇ, ਮਰਿਆਦਾ ਦਸੀਆਂ। ਤੇ ਉਹ ਇੱਕ ਦਿਨ ਦੀ ਗੱਲ ਆ ਵੀ ਜਿਹੜੇ ਇਹਨਾਂ ਦੇ ਚੇਲੇ ਸੀ, ਮੂਸਾ ਜੀ ਕਿਤੇ ਬਾਹਰ ਕੰਮ ਚਲੇ ਗਏ। ਉੱਥੇ ਇੱਕ ਬੰਦਾ ਆਇਆ ਜਿਹਦਾ ਨਾਂ ਸੀ ਅਜ਼ਾਜ਼ੀਲ, ਜਿਹਨੂੰ ਸ਼ੈਤਾਨ ਕਹਿ ਦਿੰਦੇ ਨਾ ਆਪਾਂ, ਕਾਲੀਓ ਕਹਿ ਦਿੰਦੇ ਆ। ਉਹਦਾ ਨਾਂ ਸੀ ਅਜ਼ਾਜ਼ੀਲ, ਜਿਹਨੂੰ ਸ਼ੈਤਾਨ ਕਿਹਾ। ਉਹ ਆਇਆ ਤੇ ਆਣ ਕੇ ਇਹਨਾਂ ਨੂੰ, ਚੇਲਿਆਂ ਨੂੰ ਪੁੱਛਦਾ ਵੀ ਤੁਸੀਂ ਇੰਨੀ ਮਿਹਨਤ ਕਰਦੇ ਹੋ, ਜਿੰਨੀ ਨਾਮ ਧਿਆਇਆ ਗਏ, ਮਸਕਤ ਘਾਲ ਮਿਹਨਤ ਕਰਦੇ ਹੋ, ਜਪ ਤਪ ਕਰਦੇ ਹੋ, ਇਹ ਕਦੀ ਖੁਦਾ ਦੇ ਦਰਸ਼ਨ ਹੋਏ ਤੁਹਾਨੂੰ? ਜਾਂ ਮੂਸਾ ਜੀ ਨੇ ਕਦੀ ਰੱਬ ਵਿਖਾਇਆ ਤੁਹਾਨੂੰ? ਤੇ ਚੇਲਿਆਂ ਦੇ ਗੱਲ ਪੱਲੇ ਪੈ ਗਈ ਵੀ ਰੱਬ ਤੇ ਵੇਖਿਆ ਹੀ ਨਹੀਂ, ਕਦੀ ਨਾ ਵਿਖਾਇਆ। ਅਜ਼ਾਜ਼ੀਲ ਕਹਿੰਦਾ ਜਦੋਂ ਹੁਣ ਆਇਆ ਨਾ, ਫਿਰ ਅੱਗ ਹੀ ਲਾਉਣੀ ਸੀ ਉਹਨੇ। ਜਦੋਂ ਹੁਣ ਆਇਆ ਤੇ ਉਹਨੂੰ ਕਹੋ ਪਹਿਲਾਂ ਰੱਬ ਵਿਖਾ, ਤੇ ਨਹੀਂ ਤੇ ਉਹਨੂੰ ਕਹਿ ਦਿਓ ਅਸੀਂ ਚੱਲੇ ਅਜ਼ਾਜ਼ੀਲ ਨਾਲ। ਇਦਾਂ ਕਹਿ ਕੇ ਆਪ ਖਿਸਕ ਗਿਆ। ਮੂਸਾ ਸਾਹਿਬ ਆਏ, ਉਹਨਾਂ ਵੇਖਿਆ ਵੀ ਇਹਨਾਂ ਬੰਦਗੀ ਛੱਡ ਦਿੱਤੀ ਹੈ। ਤੇ ਜਦੋਂ ਗੱਲਬਾਤ ਹੋਈ ਤਾਂ ਮੂਸਾ ਸਾਹਿਬ ਸਮਝ ਗਏ ਵੀ ਇਹ ਅਜ਼ਾਜ਼ੀਲ ਤੇ ਸ਼ੈਤਾਨ ਆ, ਪਰ ਇਹਨਾਂ ਨੂੰ ਵਿਗਾੜ ਗਿਆ। ਇਸੇ ਕਰਕੇ ਕਹਿੰਦੇ ਨਾ, ਨਾਸਤਕ ਬੰਦੇ ਦੀ ਗੱਲ ਵੀ ਨਹੀਂ ਸੁਣਨੀ ਚਾਹੀਦੀ, ਨਹੀਂ ਤੇ ਸ਼ਰਧਾ ਟੁੱਟੂਗੀ ਰੱਬ ਤੋਂ। ਤਾਂ ਹੋਇਆ ਕਿ ਉਹ ਮਹਾਰਾਜ ਸੋਚੀ ਪੈ ਗਏ ਤੇ ਖੁਦਾ ਨੂੰ ਬੇਨਤੀ ਕੀਤੀ ਕਿ ਮੇਰੇ ਚੇਲਿਆਂ ਨੂੰ ਦਰਸ਼ਨ ਦਿਓ। ਉਹ ਮਹਾਰਾਜ ਨੇ, ਕਹਿੰਦੇ ਖੁਦਾ ਨੇ ਆਖਿਆ, ਪਰਮੇਸ਼ਰ ਨੇ ਆਖਿਆ, ਵਾਹਿਗੁਰੂ ਨੇ ਆਖਿਆ, ਜੇ ਕਾਬਲ ਨਹੀਂ ਹੋਏ, ਅਜੇ ਇਹਨਾਂ ਦੀ ਬੰਦਗੀ ਇੰਨੀ ਨਹੀਂ ਆ ਵੀ ਮੇਰੇ ਤੇਜ ਪ੍ਰਤਾਪ ਨੂੰ ਸੰਭਾਲ ਲੈਣ। ਪਰ ਹਜ਼ਰਤ ਸਾਹਿਬ ਕਹਿਣ ਲੱਗੇ ਜੀ ਹੁਣ ਮੈਂ ਕੀ ਕਰਾਂ, ਉਹ ਪੁੱਠੀ ਪੱਟੀ ਪੜਾ ਗਿਆ। ਕਹਿੰਦੇ ਨਹੀਂ ਤੇ ਅਸੀਂ ਰੱਬ ਨੂੰ ਨਹੀਂ ਮੰਨਦੇ, ਜਾਂ ਰੱਬ ਵਿਖਾ। ਤਾਂ ਖੁਦਾ ਨੇ ਆਖਿਆ ਫਿਰ ਬੰਦੋਬਸਤ ਕਰੋ, ਫਿਰ ਵੀ ਦਰਸ਼ਨ ਦਊਂਗਾ ਪਰ ਕੋਈ ਝੱਲਣ ਦਾ ਤਰੀਕਾ ਲੱਭ ਲਓ ਵੀ ਨੁਕਸਾਨ ਨਾ ਹੋਵੇ ਤੇਰੇ ਚੇਲਿਆਂ ਦਾ। ਤਾਂ ਜੀ 7 ਧਾਤਾਂ ਦੇ 7 ਤਵੇ ਬਣਾਏ, ਬਹੁਤ ਮੋਟੇ।
एक तवा ਉਹਦੇ ਪਿੱਛੇ ਦੂਜਾ ਤਵਾ ਤੀਜਾ ਵੀ ਖੁਦਾ ਦਾ ਤੇਜ ਝੱਲਿਆ ਜਾਵੇ, ਪ੍ਰਕਾਸ਼ ਝੱਲਿਆ ਜਾਵੇ। ਤੇ ਹੁਣ ਜਿਹੜੀ ਸਾਖੀ ਆ ਜਿਹਦੇ ਉੱਤੇ ਯਹੂਦੀ ਲੋਕ ਬਿਲਕੁਲ ਕਿੰਤੂ ਨਹੀਂ ਕਰਦੇ, ਸਾਡੇ ਬੰਦੇ ਤੇ ਜਲੂਸ ਕੱਢੀ ਫਿਰਦੇ ਨਾ ਧਰਮ ਦਾ ਰੀਝ ਨਾਲ, ਉਹ ਕਹਿੰਦੇ ਵੀ ਸੂਈ ਦੇ ਨੱਕੇ ਜਿੰਨੇ ਛੇਕ ਕੀਤਾ ਸੀ, 7 ਧਾਤਾਂ 'ਚ ਸੂਈ ਦੇ ਨੱਕੇ ਜਿੰਨਾ ਛੇਕ ਕੀਤਾ ਹੋਵੇਗਾ, ਜਾਂ ਥੋੜਾ ਬਹੁਤਾ ਵੱਧ ਘੱਟ ਹੋ ਸਕਦਾ ਸਾਖੀ ਮੁਤਾਬਕ, ਗ੍ਰੰਥਾਂ ਮੁਤਾਬਕ। ਉਹਦੇ ਵਿੱਚ ਦੀ ਖੁਦਾ ਦਾ ਨੂਰ ਵੇਖਣਾ ਸੀ। ਪਰ ਜਦੋਂ ਉਹ ਖੁਦਾ ਦਾ ਨੂਰ ਪ੍ਰਗਟ ਹੋਇਆ ਤੇ ਇੱਕ ਜਗ੍ਹਾ ਦਿੱਤੀ ਖੁਦਾ ਨੇ ਵੀ ਫਲਾਣੇ ਪਹਾੜ ਤੇ ਆ ਜਾਓ। ਉਹ ਸੀ ਤੂਰ, ਉਹ ਪਹਾੜ ਦਾ ਨਾਂ ਕੀ, ਉਹਨੂੰ ਤੂਰ ਪਹਾੜ ਕਹਿੰਦੇ। ਤਾਂ ਉੱਥੇ ਉਹ ਤਵੇ ਲਾ ਕੇ ਜਿੱਥੇ ਖੁਦਾ ਨੇ ਪ੍ਰਗਟ ਹੋਣਾ ਸੀ ਥਾਂ ਦੱਸਤਾ ਵੀ ਇਸ ਜਗ੍ਹਾ ਪ੍ਰਗਟ ਹੋਊਗਾ ਤੇ ਬੰਦੋਬਸਤ ਕਰ ਲਓ, ਤੇ ਉਹਨਾਂ ਤਵੇ ਤਵੇ ਲਾ ਲਏ ਆਪਦੇ। ਪਰ ਜਦੋਂ ਉਹ ਪ੍ਰਗਟ ਹੋਇਆ ਸੀ ਨਾ, ਜਿਹਨੂੰ ਆਪਾਂ ਖੁਦਾ ਕਹਿੰਦੇ ਆ, ਵਾਹਿਗੁਰੂ ਕਹਿੰਦੇ ਆ, ਪਰਮੇਸ਼ਰ ਕਹਿੰਦੇ, ਹੋਂਦ ਕਹਿੰਦੇ, ਹਸਤੀ ਕਹਿੰਦੇ, ਸੱਚ ਕਹਿੰਦੇ, ਤਾਂ ਉਹ 7 ਤਵੇ ਸਾੜ ਕੇ ਉਹ ਵੇਖਣ ਵਾਲੇ ਚੇਲੇ ਵੀ ਸੜ ਕੇ ਸਵਾਹ ਹੋਏ ਸੀ ਤੇ ਸਾਰਾ ਪਹਾੜ ਵੀ ਸੜ ਕੇ ਸਵਾਹ ਹੋਇਆ ਸੀ। ਝੱਲ ਨਹੀਂ ਪਾਏ। ਸਿਰਫ ਤੇ ਸਿਰਫ ਹਜ਼ਰਤ ਮੂਸਾ ਜੀ ਨੇ ਕੁਝ ਝੱਲਿਆ ਸੀ, ਪਰ ਬੇਹੋਸ਼ ਹੋ ਕੇ ਉਹ ਵੀ ਡਿੱਗ ਪਏ ਸਨ। ਹੋਰ ਕਿਸੇ ਦੀ ਗੱਲ ਛੱਡੋ, ਪੈਗੰਬਰ ਸਾਹਿਬ ਆਪ ਬੇਹੋਸ਼ ਹੋ ਕੇ ਡਿੱਗ ਪਿਆ। ਤਾਂ ਉਹ ਜਿਹੜਾ ਤੂਰ ਪਹਾੜ ਆ ਨਾ, ਉਹ ਜਦੋਂ ਸੜ ਕੇ ਸੁਆਹ ਹੋਇਆ ਤੇ ਉਹਦਾ ਫਿਰ ਕਾਲਾ ਜਿਹੜਾ ਸੁਰਮਾ ਵਾ ਉਹ ਸ਼ੁਭ ਜਾਣ ਕੇ ਅੱਖਾਂ 'ਚ ਪਾਇਆ ਜਾਂਦਾ ਜੀ। ਇਹ ਸਾਖੀ ਬੜੀ ਪ੍ਰਚਲਿਤ ਤੇ ਬੜੀ ਪ੍ਰਸਿੱਧ ਹੈ। ਤਾਂ ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਨੇ ਵੀ ਸੱਜਣਾ, ਤੂੰ ਉਹਦੇ ਤੇਜ ਪ੍ਰਕਾਸ਼ ਨੂੰ ਸੰਭ ਮੈਨੇ ਸੰਭਾਲ ਨਹੀਂ ਪਾਉਣਾ, ਤੂੰ ਸਹਿ ਨਹੀਂ ਪਾਉਣਾ। ਉਹਦੇ ਤੇਜ ਪ੍ਰਕਾਸ਼ ਨੂੰ ਕੋਈ ਵਿਰਲਾ ਹੀ ਸੰਭਾਲੇਗਾ, ਕੋਈ ਵਿਰਲਾ ਹੀ ਹੋਵੇਗਾ ਜਿਹੜਾ ਉਹਨੂੰ ਝੱਲ ਜਾਵੇਗਾ, ਜਿੰਨੀ ਕਮਾਈ ਹੋਊਗੀ, ਜਿਹਦੀ ਸੇਵਾ ਹੋਊਗੀ, ਨਹੀਂ ਤੇ ਉਹਦਾ ਤੇਜ ਪ੍ਰਤਾਪ ਕੋਈ ਵੀ ਝੱਲ ਨਹੀਂ ਸਕਦਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਅੱਗੇ ਵਾਸਤੇ ਸਾਰੀ ਸੰਗਤ ਨੇ ਸਮਤ ਬਖਸ਼ਣੀ ਜੀ। ਤਾਂ ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ। ਅਲੀਕ ਹੈ, ਨਿਰਸਰੀਕ ਹੈ, ਨਿਰਲੰਭ ਹੈ, ਅਸੰਭ ਹੈ। ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ